ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਬਿਨਾ ਮਨੋਰਥ ਜਪਜੀ ਸਾਰੋ। ਸੱਚੇ ਪਾਤਸ਼ਾਹ ਜੀ ਕਹਿੰਦੇ ਆ, ਭਾਈ ਗੋਪਾਲਾ, ਬਿਨਾ ਮਨੋਰਥ ਬਿਨਾ ਇੱਛਾ ਕੀਤਿਆਂ ਬਿਨਾ ਫੁਰਨਾ ਉਠਾਇਆ ਜਪਜੀ ਸਾਹਿਬ ਜੀ ਦਾ ਸਾਰਾ ਪਾਠ ਪੂਰਬ ਸਮਝੇ ਸਕਲ ਉਚਾਰੋ। ਪਹਿਲਾਂ ਦੀ ਤਰ੍ਹਾਂ ਜੇ ਸਾਰਾ ਹੀ ਤੂੰ ਸਾਨੂੰ ਸੁਣਾ ਦਿੰਦਾ, ਕਿਉਂਕਿ ਸ਼ਲੋਕ ਦੇ ਵਿੱਚ ਹੀ ਫੁਰਨਾ ਫੁਰਿਆ ਨਾ। ਮਹਾਰਾਜ ਕਹਿੰਦੇ ਜਿਵੇਂ ਪਹਿਲਾਂ ਭਾਈ ਗੋਪਾਲਾ ਪੜ੍ਹਦਾ ਆ ਰਿਹਾ ਸੀ, ਬਿਨਾ ਫੁਰਨਾ ਕੀਤਿਆਂ ਬਿਨਾ ਮਨੋਰਥ ਉਠਾਇਆ, ਜੇ ਉਸੇ ਤਰ੍ਹਾਂ ਹੀ ਜਪਜੀ ਸਾਹਿਬ ਸੰਪੂਰਨ ਕਰ ਦਿੰਦਾ। ਸ੍ਰੀ ਨਾਨਕ ਗਾਦੀ ਵਡਿਆਈ। ਮਹਾਰਾਜ ਕਹਿੰਦੇ ਗੁਰੂ ਨਾਨਕ ਸਾਹਿਬ ਜੀ ਦੇ ਗੁਰਤਾ ਗੱਦੀ ਦੇ ਤਖਤ ਦੀ ਜਿਹੜੀ ਵਡਿਆਈ ਹੈ, ਸਗਰੇ ਜਗ ਕੀ ਬਰ ਗੁਰਿਆਈ। ਸਾਰੀ ਇਸ ਕਾਇਨਾਤ ਅੰਦਰ ਜਗਤ ਵਿੱਚ ਜਿਹੜੀ ਪਰ ਸ੍ਰੇਸ਼ਟ ਵੈ, ਗੁਰੂ ਨਾਨਕ ਸਾਹਿਬ ਦੀ ਗੁਰਿਆਈ ਤਖਤ ਦੇ ਅੱਗੇ ਸਮਸਤ ਸ਼ਕਤੀਆਂ ਝੁਕਦੀਆਂ ਨੇ। ਇਤਿਹਾਸ ਨੇ ਵਰਣਨ ਕੀਤਾ ਹੈ, ਜਿਸ ਵਕਤ ਗੁਰੂ ਅੰਗਦ ਸਾਹਿਬ ਜੀ ਮਹਾਰਾਜ ਦੇ ਚਰਨਾਂ ਤੇ ਨਮਸਕਾਰ ਕੀਤੀ, ਗੁਰੂ ਨਾਨਕ ਸਾਹਿਬ ਜੀ ਮਹਾਰਾਜ ਗੁਰਿਆਈ ਤਖਤ ਬਖਸ਼ਿਸ਼ ਕੀਤਾ, ਉਸ ਸਮੇਂ ਸਾਰੀਆਂ ਸ਼ਕਤੀਆਂ ਜਿਹੜੀਆਂ ਸੀ ਮਹਾਰਾਜ ਗੁਰੂ ਅੰਗਦ ਸਾਹਿਬ ਨੇ ਅੱਗੇ ਹੱਥ ਜੋੜ ਕੇ ਖਲੋਤੀਆਂ ਹੋਈਆਂ ਵੇਖੀਆਂ। ਆਖਿਆ, ਮਹਾਰਾਜ ਸਾਨੂੰ ਇਹਨਾਂ ਸ਼ਕਤੀਆਂ ਦੀ ਲੋੜ ਨਹੀਂ, ਸੱਚੇ ਪਾਤਸ਼ਾਹ ਸਾਨੂੰ ਤਾਂ ਆਪਦੇ ਚਰਨਾਂ ਦਾ ਪਿਆਰ ਚਾਹੀਦਾ। ਗੁਰੂ ਨਾਨਕ ਸਾਹਿਬ ਜੀ ਮਹਾਰਾਜ ਆਖਿਆ ਸੀ, ਭਾਈ ਪੁਰਖਾ, ਇਹ ਸ਼ਕਤੀਆਂ ਗੁਰਤਾ ਦੀਆਂ ਦਾਸੀਆਂ ਨੇ, ਤੁਹਾਡੀ ਮਰਜ਼ੀ ਹੈ ਇਹਨਾਂ ਕੋਲੋਂ ਸੇਵਾ ਲੈਣੀ ਹੈ ਤਾਂ ਲਿਓ, ਨਹੀਂ ਲੈਣੀ ਤਾਂ ਨਾ ਲਿਓ, ਪਰ ਤੁਹਾਡੀ ਸੇਵਾ ਵਿੱਚ ਹਾਜ਼ਰ ਰਹਿਣਗੀਆਂ। ਧੰਨ ਗੁਰੂ ਅੰਗਦ ਸਾਹਿਬ ਜੀ ਮਹਾਰਾਜ ਸਾ ਜੀਵਨ ਸੱਚੇ ਪਾਤਸ਼ਾਹ ਜੀ ਮਹਾਰਾਜ ਸ਼ਕਤੀ ਨਹੀਂ ਪ੍ਰਗਟ ਕੀਤੀ, ਪਰ ਮਹਾਰਾਜ ਜੀ ਦਾ ਦਰਸ਼ਨ ਹੀ ਸ਼ਕਤੀ ਸੀਗੀ। ਸਾਧ ਸੰਗਤ ਜੀ, ਜਿਹੜਾ ਕੋਈ ਕੋੜੀ ਵੀ ਵੇਖਦਾ ਸੀ, ਲੋਕ ਮੰਜਿਆਂ ਤੇ ਪੈ ਕੇ ਆਉਂਦੇ ਸੀ, ਗੁਰੂ ਅੰਗਦ ਸਾਹਿਬ ਦਾ ਦਰਸ਼ਨ ਵੇਖ ਕੇ ਲੱਤਾਂ ਨਾਲ ਤੁਰ ਕੇ ਜਾਂਦੇ ਸੀਗੇ। ਇਹੋ ਜਿਹਾ ਮਹਾਰਾਜ ਦਾ ਪਵਿੱਤਰ ਦਰਸ਼ਨ ਸੀਗਾ। ਤੇ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਦਾ ਸਾਧ ਸੰਗਤ ਜੀ ਇਹ ਭਾਈ ਗੋਪਾਲਾ ਜੀ ਨੂੰ ਦਰਸਾਉਣਾ। ਮਹਾਰਾਜ ਕਹਿੰਦੇ ਨੇ, ਜਪਜੀ ਸਾਹਿਬ ਦੇ ਬਦਲੇ ਜਿਹੜੀ ਗੁਰੂ ਨਾਨਕ ਸਾਹਿਬ ਜੀ ਦੀ ਸ੍ਰੇਸ਼ਟ ਗੁਰਤਾ ਗੱਦੀ ਹੈ ਨਾ, ਮਹਾਰਾਜ ਕਹਿੰਦੇ ਅਸੀਂ ਇਹ ਭਾਈ ਗੋਪਾਲਾ ਤੈਨੂੰ ਦੇਣ ਲੱਗੇ ਸਾਂ। ਸੋ ਹਮ ਦੈਨ ਉਠਤ ਇਸ ਸਮੇਂ। ਇਸ ਸਮੇਂ ਅਸੀਂ ਤੈਨੂੰ ਗੁਰਿਆਈ ਤਖਤ ਦੇਣ ਵਾਸਤੇ ਉੱਠਣ ਲੱਗੇ ਸੀਗੇ। ਜਿਸ ਕੇ ਅਗਰ ਤ੍ਰਿਲੋਕੀ ਨਵੇਂ। ਜਿਸ ਗੁਰਿਆਈ ਤਖਤ ਦੇ ਅੱਗੇ ਤ੍ਰਿਲੋਕੀ ਨਿਆਉਂਦੀ ਹੈ, ਕੀ ਬ੍ਰਹਮਾ ਕੀ ਸ਼ਿਵਜੂ ਕੀ ਵਿਸ਼ਨੂੰ ਸਭ ਤ੍ਰਿਲੋਕੀ ਨਿਆਉਂਦੀ ਹੈ, ਦੈਂਤ ਆਦਿਕ ਨਿਆਉਂਦੇ ਆ, ਸਭ ਗੁਰੂ ਨਾਨਕ ਸਾਹਿਬ ਦੀ ਗੁਰਿਆਈ ਤਖਤ ਦੇ ਅੱਗੇ ਝੁਕਦੇ ਆ। ਕਹਾਂ ਕਰਹਿ ਬਸ ਤੋਹੇ ਨਾ ਕੋਈ। ਤੇ ਮਹਾਰਾਜ ਕਹਿੰਦੇ ਨੇ, ਭਾਈ ਗੋਪਾਲਿਆ, ਕੀ ਕੋਈ ਕਰ ਸਕਦਾ ਹੈ, ਤੇਰਾ ਕੋਈ ਇਸ ਦੇ ਵਿੱਚ ਵਸ ਨਹੀਂ ਹੈ। ਜਹਾਂ ਉਚਿਤ ਹੋਏ ਪਹੁੰਚੈ ਸੋਈ। ਜਿਸਥੇ ਜੋਗ ਹੁੰਦਾ ਹੈ ਨਾ, ਇਹ ਗੁਰਿਆਈ ਤਖਤ ਉੱਥੇ ਹੀ ਪਹੁੰਚਦਾ ਹੈ। ਗੁਰਿਆਈ ਤਖਤ ਦੀ ਵਡਿਆਈ ਉਹਨਾਂ ਨੂੰ ਹੀ ਮਿਲਣੀ ਹੈ ਜਿਨ੍ਹਾਂ ਨੂੰ ਧੁਰੋਂ ਹੀ ਨਿਰੰਕਾਰ ਆਪ ਬਖਸ਼ਿਸ਼ ਕਰਦਾ ਏ। ਇਹ ਸੱਚੇ ਪਾਤਸ਼ਾਹ ਜੀ ਮਹਾਰਾਜ ਆਖਿਆ ਏ। ਗਰੀਬ ਨਵਾਜ ਕਹਿੰਦੇ, ਭਾਈ ਗੋਪਾਲਾ, ਇਹਦੇ ਵਿੱਚ ਤੇਰਾ ਕੋਈ ਵਸ ਨਹੀਂ ਹੈ। ਅਬ ਵੀ ਧਨ ਜਨਮ ਤੋ ਭਇਓ। ਮਹਾਰਾਜ ਕਹਿੰਦੇ, ਹੁਣ ਵੀ ਕੁਛ ਘਟ ਨਹੀਂ, ਜੇ ਤੂੰ ਫੁਰਨਾ ਕਰ ਲਿਆ ਤਾਂ ਭਾਈ ਗੋਪਾਲਿਆ ਤੇਰਾ ਜਨਮ ਹੀ ਧਨ ਹੋ ਗਿਆ। ਇਹ ਸੱਚੇ ਪਾਤਸ਼ਾਹ ਵੇਖੋ ਹੁਣ ਬਖਸ਼ਿਸ਼ਾਂ ਕਰਨ ਲੱਗੇ ਐ। ਮਹਾਰਾਜ ਕਹਿੰਦੇ, ਭਾਈ ਗੋਪਾਲਾ, ਤੇਰਾ ਜਨਮ ਧਨ ਹੋ ਗਿਆ ਏ। ਜਨਮ ਮਰਨ ਦੁੱਖ ਸਭ ਮਿਟ ਗਇਓ। ਜੰਮਣ ਮਰਨ ਦਾ ਸਾਰਾ ਹੀ ਦੁੱਖ ਮੇਟ ਦਿੱਤਾ ਮਹਾਰਾਜ ਸੱਚੇ ਪਾਤਸ਼ਾਹ ਨੇ। ਐਡਾ ਪ੍ਰਸਾਦ ਦਿੱਤਾ, ਜਪਜੀ ਸਾਹਿਬ ਦੀ ਬਾਣੀ ਦਾ ਫਲ ਮਹਾਰਾਜ ਬਖਸ਼ਿਸ਼ ਕਰ ਰਹੇ ਐ। ਹਜੂਰ ਕਹਿੰਦੇ, ਤੇਰਾ ਜੰਮਣ ਮਰਨ ਨਾਸ਼ ਹੋ ਗਿਆ ਏ। ਕਰਿਓ ਮਨੋਰਥ ਜੋ ਅਬ ਜੈਸੇ। ਜਿਸ ਤਰ੍ਹਾਂ ਦਾ ਹੁਣ ਤੂੰ ਮਨੋਰਥ ਕੀਤਾ ਸੀ, ਇੱਛਾ ਕੀਤੀ ਸੀ ਭਾਈ ਗੋਪਾਲਾ, ਸੋ ਲੀਜਹੁ ਨਹਿ ਬਿਲਮਹੁ ਜੈਸੇ। ਉਹ ਲੈ ਲੈ। ਮਹਾਰਾਜ ਕਹਿੰਦੇ, ਹੁਣ ਬਿਲਮ ਨਹੀਂ ਇਹਦੇ ਵਿੱਚ ਹੋਵੇਗਾ, ਦੇਰੀ ਨਹੀਂ ਹੋਵੇਗੀ, ਜਿਹੜੀ ਤੂੰ ਇੱਛਾ ਕੀਤੀ ਆ ਹੁਣੇ ਹੀ ਪੂਰੀ ਕਰਦੇ ਆ। ਕਹਿ ਕਰ ਸੋ ਘੋੜਾ ਮੰਗਵਾਇਓ। ਮਹਾਰਾਜ ਆਗਿਆ ਕੀਤੀ, ਪੇ ਲਿਆਓ ਸਿੱਖੋ, ਘੋੜਾ ਲਿਆਓ ਤਿਆਰ ਕਰਕੇ, ਸੋਨੇ ਦੀ ਕਾਠੀ ਪਾ ਕਰਕੇ। ਸੁੰਦਰ ਜਿਸ ਪਰ ਜੀਨ ਸੁਹਾਇਓ। ਜਿਸ ਦੇ ਉੱਤੇ ਬੜੀ ਸੁੰਦਰ ਸੋਨੇ ਦੀ ਕਾਠੀ ਸੋਭਦੀ ਹੈ, ਉਹ ਪਾ ਕੇ ਲਿਆਵੋ। 1.25 ਲੱਖ ਕੀ ਕੀਮਤ ਜਾਹੀ। ਸਾਧ ਸੰਗਤ ਜੀ, 1.25 ਲੱਖ ਦੀ ਤਾਂ ਕੀਮਤ ਹੈ। ਇਹੋ ਜਿਹਾ ਸੁੰਦਰ ਘੋੜਾ ਏ। ਹੋਏ ਪ੍ਰਸੰਨ ਬਖਸ਼ਤ ਭੇਤਾਹੀ। ਤੇ ਪ੍ਰਸੰਨ ਹੋ ਕੇ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ ਐਸਾ ਉਹ ਸੁੰਦਰ ਘੋੜਾ ਜਿਹੜਾ ਫੁਰਨਾ ਹੀ ਕੀਤਾ ਸੀ, ਮੁਖ ਤੋਂ ਥੋੜੋ ਬੋਲ ਕੇ ਦੱਸਿਆ ਸੀ ਪੂਰੇ ਗੁਰੂ ਜੀ ਨੂੰ। ਮਹਾਰਾਜ ਸਾਹਿਬ ਜੀ ਨੇ ਉਹ ਘੋੜਾ ਤੇ ਸਮੇਂ ਭਾਈ ਗੋਪਾਲਾ ਜੀ ਨੂੰ ਅਰਪਣ ਕੀਤਾ, ਭੇਟ ਕਰ ਦਿੱਤਾ। ਵਸਤਰ ਵਿਭੂਖਣ ਧਨ ਕੁਛ ਔਰ। ਫਿਰ ਇਹ ਨਹੀਂ ਕਿ ਕੱਲਾ ਘੋੜਾ ਹੀ ਭੇਟ ਕੀਤਾ, ਵਸਤਰ ਭੇਟ ਕੀਤੇ ਐ। ਭੂਖਣ ਸੋਨੇ ਦੇ ਗਹਿਣੇ ਮਹਾਰਾਜ ਨੇ ਭੇਟ ਕੀਤੇ ਐ।
ਹੋਰ ਬਹੁਤ ਸਾਰੀਆਂ ਮਹਾਰਾਜ ਭੇਟਾਵਾਂ ਦਿੱਤੀਆਂ, ਮੋਹਰਾਂ ਅਸ਼ਰਫੀਆਂ ਸੱਚੇ ਪਾਤਸ਼ਾਹ ਜੀ ਮਹਾਰਾਜ ਦਿੱਤੀਆਂ ਨੇ। ਤੇ ਫਿਰ ਸਤਿਗੁਰਾਂ ਜੀ ਨੇ ਇਹੀ ਕਿਹਾ, ਭਾਈ ਗੋਪਾਲਿਆ ਜਪਜੀ ਸਾਹਿਬ ਦੀ ਭੇਟਾ ਦੇ ਦਿੱਤੀ ਨਹੀਂ ਜਾ ਸਕਦੀ, ਇਹ ਤੁੱਛ ਵੈ ਸਭ ਕੁਝ ਜਪਜੀ ਸਾਹਿਬ ਦੇ ਸਾਹਮਣੇ। ਇਹ ਮਹਾਰਾਜ ਸਾਨੂੰ ਬਾਣੀ ਦੀ ਵੱਡੀ ਵਡਿਆਈ ਹਜੂਰ ਨੇ ਦੱਸੀ ਹੈ। ਦੇਤ ਭਏ ਸੋਢੀ ਸਿਰਮੌਰ, ਸੋਢੀਆਂ ਦੇ ਸਿਰਮੌਰ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਦੀ ਇਹ ਵੰਸ਼ ਹੈ। ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ ਐਸੀਆਂ ਬਖਸ਼ੀਆਂ ਦਿੱਤੀਆਂ ਨੇ। ਲਏ ਗੋਪਾਲੇ ਆਨੰਦ ਉਪਾਇਓ, ਭਾਈ ਗੋਪਾਲਾ ਜੀ ਨੇ ਲੈ ਕਰਕੇ ਬਹੁਤ ਪ੍ਰਸੰਨਤਾ ਕੀਤੀ, ਬੜਾ ਮਨ ਖੁਸ਼ ਹੋਇਆ। ਸ੍ਰੀ ਗੁਰ ਤੇ ਸੁਣ ਕਰ ਪਛਤਾਇਓ, ਪਰ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਕੋਲੋਂ ਸੁਣ ਕੇ ਮਨ ਵਿੱਚ ਪਛਤਾਵਾ ਵੀ ਲੱਗਾ ਕਿ ਮਹਾਰਾਜ ਸੱਚੇ ਪਾਤਸ਼ਾਹ ਜੀ ਐਡੀ ਵੱਡੀ ਮੈਨੂੰ ਵਡਿਆਈ ਦੇਣ ਲੱਗੇ ਸੀ, ਮੈਂ ਤਾਂ ਫੁਰਨਾ ਕਰ ਲਿਆ ਕਿ ਮਹਾਰਾਜ ਉੱਠੀ ਚੱਲੇ ਆ, ਸ਼ਾਇਦ ਜਪਜੀ ਸਾਹਿਬ ਪੂਰਾ ਨਹੀਂ ਸੁਣਿਆ। ਤੇ ਸਤਿਗੁਰੂ ਤੇ ਮੈਨੂੰ ਗੁਰਿਆਈ ਤਖਤ ਦੇਣ ਲੱਗੇ ਸੀ, ਜਿਸ ਗੁਰਿਆਈ ਤਖਤ ਦੇ ਅੱਗੇ ਸਮਕਸ਼ ਸ਼ਕਤੀਆਂ ਝੁਕਦੀਆਂ ਨੇ। ਭਾਈ ਗੋਪਾਲਾ ਜੀ ਮਨ ਦੇ ਅੰਦਰ ਬੜੇ ਹੈਰਾਨ ਹੋਏ। ਮਾਤਰਾ ਵਰਨ ਸੰਭਾਰਹਿ ਸਾਰੇ, ਤੇ ਮਾਤਰਾ ਤੇ ਵਰਨ ਅੱਖਰ ਜੇ ਸਾਰੇ ਕੋਈ ਸੰਭਾਲ ਕਰਕੇ ਚੰਗੀ ਤਰ੍ਹਾਂ ਸ੍ਰੀ ਗੁਰਬਾਣੀ ਸਿੱਖ ਉਚਾਰੇ, ਜੇ ਗੁਰੂ ਸਾਹਿਬ ਦੀ ਬਾਣੀ ਸਿੱਖ ਆਪਣੇ ਮੁਖ ਤੋਂ ਪੜ੍ਹੇ ਤਾਂ ਮਹਾ ਮਹਾਤਮ ਕਰ ਦਿਖਰਾਇਓ। ਵੱਡਾ ਮਹਾਤਮ ਸੱਚੇ ਪਾਤਸ਼ਾਹ ਜੀ ਨੇ ਕਰਕੇ ਵਿਖਾਇਆ। ਸਾਧ ਸੰਗਤ ਜੀ ਵੇਖੋ ਜਪਜੀ ਸਾਹਿਬ ਦੀ ਬਾਣੀ ਤੇ ਸਤਿਗੁਰੂ ਜੀ ਨੇ ਕਿਹਾ ਕਿ ਇਹ ਸਭ ਕੁਝ ਤੁੱਛ ਹੈ ਭਾਈ ਗੋਪਾਲਿਆ ਜਪਜੀ ਸਾਹਿਬ ਦੇ ਸਾਹਮਣੇ। ਵੱਡਾ ਮਹਾਤਮ ਬਾਣੀ ਦਾ ਸੱਚੇ ਪਾਤਸ਼ਾਹ ਨੇ ਆਪਣੇ ਸਿੱਖਾਂ ਨੂੰ ਪ੍ਰਗਟ ਕਰਕੇ ਵਿਖਾਇਆ। ਮਹਿ ਤ੍ਰਿਲੋਕ ਮੈਂ ਸਮ ਕੁਛ ਪਾਇਓ, ਤੇ ਮਹਾਰਾਜ ਕਹਿੰਦੇ ਆ ਤ੍ਰਿਲੋਕੀ ਦੇ ਵਿੱਚ ਜਪਜੀ ਸਾਹਿਬ ਦੇ ਸਮਾਨ ਕੁਝ ਵੀ ਨਹੀਂ ਅਸੀਂ ਪਾਇਆ। ਜਪਜੀ ਸਾਹਿਬ ਦੇ ਬਰਾਬਰ ਕੁਝ ਵੀ ਨਹੀਂ ਹੈ, ਨਾ ਬ੍ਰਹਮਾ ਦੀ ਪਦਵੀ ਹੈ, ਨਾ ਇੰਦਰ ਦੀ ਪਦਵੀ ਹੈ। ਵੇਖੋ ਸਾਧ ਸੰਗਤ ਜੀ ਇਹੋ ਜੀ ਬਾਣੀ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਪੂਰੇ ਗੁਰੂ ਜੀ ਨੇ ਆਪਣੇ ਸ਼੍ਰੀ ਕੰਠ ਤੋਂ ਉਚਾਰੀ ਹੈ ਕਿ ਬ੍ਰਹਮਾ ਵਰਗੇ ਵੀ ਤਰਸਦੇ ਆ ਕਿ ਅਸੀਂ ਮਨੁੱਖਾ ਜਨਮ ਲੈ ਕੇ ਹਜੂਰ ਦੀ ਬਾਣੀ ਪੜ੍ਹੀਏ। ਸੱਚੇ ਪਾਤਸ਼ਾਹ ਜੀ ਮਹਾਰਾਜ ਕਹਿੰਦੇ ਤਿੰਨਾਂ ਲੋਕਾਂ ਵਿੱਚ ਕੁਝ ਵੀ ਨਹੀਂ ਹੈ ਜਪਜੀ ਸਾਹਿਬ ਦੇ ਬਰਾਬਰ। ਤਿਮ ਸਤਿਗੁਰ ਬਹੁ ਕਰੇ ਬਿਲਾਸਾ, ਇਸ ਤਰ੍ਹਾਂ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ ਬਹੁਤ ਹਜੂਰ ਕੌਤਕ ਕਰਦੇ ਆ। ਭਲੇ ਸੁਭਟ ਰੱਖ ਹੈ ਨਿਜ ਪਾਸਾ, ਬਹੁਤੇ ਸੂਰਮੇ ਸੱਚੇ ਪਾਤਸ਼ਾਹ ਜੀ ਆਪਣੇ ਕੋਲ ਰੱਖਦੇ ਆ। ਰੰਗ ਬਿਕਨ ਆਵੈ ਸੋ ਲੇਤ, ਜਿਹੜੇ ਵਪਾਰੀ ਘੋੜਿਆਂ ਦੇ ਘੋੜੇ ਵੇਚਣ ਆਉਂਦੇ ਆ ਮਹਾਰਾਜ ਘੋੜੇ ਖਰੀਦ ਲੈਂਦੇ ਹਨ। ਸੈਨਾ ਮਹਿ ਵਰਤਾਏ ਸੋ ਦੇਤ, ਆਪਣੇ ਸਿੱਖਾਂ ਸੂਰਮਿਆਂ ਦੀਆਂ ਸੈਨਾ ਵਿੱਚ ਮਹਾਰਾਜ ਤਦੋਂ ਸਿੱਖਾਂ ਨੂੰ ਵਰਤਾ ਦਿੰਦੇ ਆ ਘੋੜੇ ਚੜ੍ਹਨ ਵਾਸਤੇ। ਦੋਹਰਾ ਹੈ ਅਕੋਰ ਗਨ ਦੇ ਕਰ ਸੰਗਤ ਗਈ ਵਿਸਾਲ, ਜਿਹੜੀ ਬਹੁਤ ਜ਼ਿਆਦੀ ਸੰਗਤ ਆਈ ਸੀ ਨਾ ਪੱਛਮ ਦਿਸ਼ਾ ਦੀ, ਇਹਨਾਂ ਆਪਣੀਆਂ ਭੇਟਾਵਾਂ ਅਰਪਣ ਕੀਤੀਆਂ, ਘੋੜੇ ਅਰਪਣ ਕੀਤੇ ਤੇ ਮਹਾਰਾਜ ਤੋਂ ਵਧਾਈ ਲੈ ਕਰਕੇ ਸਾਰੀ ਸੰਗਤ ਚੱਲ ਪਈ। ਜਾਏ ਇਸ਼ਨਾਨੇ ਸੁਦਾ ਸਰ ਦੇਖਤ ਭਏ ਨਿਹਾਲ, ਜਾ ਕਰਕੇ ਇਹਨਾਂ ਨੇ ਅੰਮ੍ਰਿਤਸਰ ਸਾਹਿਬ ਹਰਮੰਦਰ ਸਰੋਵਰ ਵਿੱਚ ਇਸ਼ਨਾਨ ਕੀਤਾ ਤੇ ਮਹਾਰਾਜ ਜੀ ਦੇ ਪਵਿੱਤਰ ਦਰਬਾਰ ਦਾ ਦਰਸ਼ਨ ਕਰਕੇ ਸਿੱਖ ਨਿਹਾਲ ਹੋ ਗਏ, ਗਦ-ਗਦ ਹੋ ਗਏ ਮਹਾਰਾਜ ਜੀ ਦੇ ਦਰਬਾਰ ਦਾ ਦਰਸ਼ਨ ਕਰਕੇ। ਲਓ ਪਈ ਤੀਰਥ ਤਰਨ ਤਾਰਨ ਪੁੰਨ ਗਏ, ਫਿਰ ਸਾਧ ਸੰਗਤ ਜੀ ਹਰਮੰਦਰ ਸਾਹਿਬ ਦਰਸ਼ਨ ਕਰਕੇ ਵੇਖ ਲਓ ਸਾਡਾ ਇਤਿਹਾਸ ਕਹਿੰਦਾ ਹੈ ਕਿ ਸਾਡੇ ਸਿੱਖ ਸਾਡੇ ਪੁਰਖੇ ਤੁਰ ਕੇ ਇਸ ਤੀਰਥਾਂ ਤੇ ਹਰਮੰਦਰ ਸਾਹਿਬ ਦਰਸ਼ਨ ਕਰਨ ਆਇਆ ਕਰਦੇ। ਕਿੰਨੀ ਸਰੀਰ ਤੇ ਕਸ਼ਟ ਵੀ ਝੱਲ ਕੇ ਦਰਸ਼ਨ ਕਰਨ ਆਉਂਦੇ। ਹਰਮੰਦਰ ਸਾਹਿਬ ਦਰਸ਼ਨ ਇਸ਼ਨਾਨ ਕੀਤੇ, ਫਿਰ ਤਰਨ ਤਾਰਨ ਸਾਹਿਬ ਚੱਲ ਕਰਕੇ ਗਏ ਆ। ਕਹਾਂ ਇਸ਼ਨਾਨ ਕਰਤ ਸਭ ਭਏ, ਸਾਰੀ ਸੰਗਤ ਨੇ ਉੱਥੇ ਜਦੋਂ ਤਰਨ ਤਾਰਨ ਸਾਹਿਬ ਇਸ਼ਨਾਨ ਕੀਤਾ ਪਵਿੱਤਰ ਸਰੋਵਰ ਅੰਦਰ, ਮਹਿ ਸੰਗਤ ਨੇ ਹਿਰਦੇ ਵਿਚਾਰਾ, ਉੱਥੇ ਸੰਗਤ ਨੇ ਫਿਰ ਆਪਣੇ ਹਿਰਦੇ ਵਿੱਚ ਵਿਚਾਰ ਕੀਤੀ ਬ੍ਰਿਧ ਸਾਹਿਬ ਗੁਰ ਸਿੱਖ ਉਦਾਰਾ, ਕਿ ਬਾਬਾ ਬੁੱਢਾ ਸਾਹਿਬ ਜੀ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਸ੍ਰੇਸ਼ਟ ਮਹਾਨ ਸਿੱਖ ਨੇ, ਜਿਸ ਕੋ ਬਚਨ ਪਾਏ ਗੁਰ ਜਨਮੇ, ਜਿਨ੍ਹਾਂ ਦਾ ਵਰਦਾਨ ਪਾ ਕਰਕੇ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਦਾ ਅਵਤਾਰ ਹੋਇਆ। ਸ੍ਰੀ ਹਰਗੋਬਿੰਦ ਵਿਦਿਤ ਸਭਨ ਮੇ, ਤੇ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਅੱਜ ਗੁਰਿਆਈ ਤਖਤ ਤੇ ਸਭ ਦੇ ਅੰਦਰ ਪ੍ਰਗਟ ਹਨ। ਇਹਾਂ ਨਿਕਟ ਤਿਸ ਦਰਸ਼ਨ ਕਰੋ, ਇੱਥੇ ਨੇੜੇ ਹੀ ਹੈ ਬਾਬਾ ਬੁੱਢਾ ਸਾਹਿਬ ਜੀ, ਤੇ ਕਿਉਂ ਨਾ ਬਾਬਾ ਬੁੱਢਾ ਸਾਹਿਬ ਜੀ ਦੇ ਪਹੁੰਚ ਕਰਕੇ ਦਰਸ਼ਨ ਕਰੀਏ। ਇਹ ਸਾਰੇ ਸਿੱਖਾਂ ਨੇ ਮਨ ਦੇ ਅੰਦਰ ਵਿਚਾਰਿਆ। ਵੇਖੋ ਜਿੱਥੇ ਸਤਿਗੁਰਾਂ ਜੀ ਦੇ ਦਰਸ਼ਨ ਕਰਕੇ ਆਈ ਹੈ ਸੰਗਤ, ਗੁਰੂ ਅਸਥਾਨਾਂ ਦੇ ਦਰਸ਼ਨ ਕੀਤੇ ਆ, ਕਿੰਨੇ ਸਾਧ ਸੰਗਤ ਜੀ ਉਹਨਾਂ ਦੇ ਭਾਵ ਵਾਲੇ ਹਿਰਦੇ ਹੋਣਗੇ ਕਿ ਫਿਰ ਸੋਚਦੇ ਆ ਕਿ ਬਾਬਾ ਬੁੱਢਾ ਸਾਹਿਬ ਜੀ ਮਹਾਰਾਜ ਦੇ ਸ੍ਰੇਸ਼ਟ ਸਿੱਖ ਨੇ,
ਜਿਨ੍ਹਾਂ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਦੀ ਸੰਗਤ ਕੀਤੀ ਹੈ। ਤੇ ਚਲੋ ਭਾਈ ਹੁਣ ਨੇੜੇ ਆਏ ਆ ਤੇ ਬਾਬਾ ਬੁੱਢਾ ਸਾਹਿਬ ਜੀ ਦਾ ਦਰਸ਼ਨ ਕਰ ਚੱਲੀਏ। ਜਾਨੋ ਤਸੈ ਗੁਰੂ ਸਮਸਰੋ। ਤੇ ਸਿੱਖ ਇਉਂ ਕਹਿੰਦੇ ਆ ਕਿ ਜਾਣੋ ਬਾਬਾ ਬੁੱਢਾ ਸਾਹਿਬ ਦੇ ਦਰਸ਼ਨ ਗੁਰੂ ਸਾਹਿਬ ਦੇ ਦਰਸ਼ਨਾਂ ਦੇ ਬਰਾਬਰ ਹੈ। ਇਹ ਸਿੱਖ ਸ਼ਰਧਾ ਕਰਦੇ ਆ। ਇਹ ਸਾਧ ਸੰਗਤ ਜੀ ਵੇਖੋ ਭਾਵਨਾ ਹੈ ਸਿੱਖਾਂ ਦੇ ਅੰਦਰ ਕਿ ਬਾਬਾ ਬੁੱਢਾ ਸਾਹਿਬ ਦੇ ਦਰਸ਼ਨ ਗੁਰੂ ਸਾਹਿਬ ਦੇ ਦਰਸ਼ਨ ਹੈ। ਮਹਾਰਾਜ ਗੁਰੂ ਅਰਜਨ ਸਾਹਿਬ ਜੀ ਜਦੋਂ ਹਜੂਰ ਨੇ ਬਾਣੀ ਲਿਖਵਾਈ ਨਾ ਆਪਣੇ ਸ਼੍ਰੀ ਕੰਠ ਤੋਂ, ਉਦੋਂ ਆਖਿਆ ਸੀ ਬਾਬਾ ਬੁੱਢਾ ਸਾਹਿਬ ਜੀ ਸਾਡੇ ਸਦਰਸ਼ ਬੈਠ ਕਰਕੇ ਤੁਸੀਂ ਸੰਗਤ ਨੂੰ ਉਪਦੇਸ਼ ਦੇਣਾ ਹੈ। ਅਸੀਂ ਬਾਣੀ ਲਿਖਾਉਣ ਦਾ ਕਾਰਜ ਕਰਨਾ, ਸਾਡੇ ਤੱਕ ਕੋਈ ਸਿੱਖ ਪਹੁੰਚ ਨਾ ਕਰੇ ਤੇ ਤੁਸੀਂ ਸਾਡੇ ਥਾਵੇਂ ਬੈਠ ਕੇ ਸੰਗਤਾਂ ਨੂੰ ਉਪਦੇਸ਼ ਦਿਓ। ਇਹ ਮਹਾਰਾਜ ਜੀ ਨੇ ਮਾਣ ਦਿੱਤਾ ਬਾਬਾ ਬੁੱਢਾ ਸਾਹਿਬ ਜੀ ਨੂੰ। ਸੰਗਤਾਂ ਵਿੱਚ ਵੱਡਾ ਸਤਿਕਾਰ ਹੈ ਬਾਬਾ ਬੁੱਢਾ ਸਾਹਿਬ ਜੀ ਦਾ। ਸਿੱਖ ਕਹਿੰਦੇ ਨੇ ਬਾਬਾ ਬੁੱਢਾ ਸਾਹਿਬ ਦਾ ਦਰਸ਼ਨ ਗੁਰੂ ਸਾਹਿਬ ਦਾ ਦਰਸ਼ਨ ਹੈ। ਇਮ ਮਸਲਤ ਕਰ ਸੰਗਤ ਗਈ। ਇਸ ਤਰ੍ਹਾਂ ਸਲਾਹ ਕਰਕੇ ਨਾ ਸਾਰੀ ਸੰਗਤ ਚੱਲ ਪਈ। ਭੀੜ ਗੁਰੂ ਕੇ ਜਹ ਸੁਧ ਲਈ। ਜਿੱਥੇ ਸਾਧ ਸੰਗਤ ਜੀ ਬੀੜ ਸਾਹਿਬ ਹੈ, ਅੱਜ ਉਹਦਾ ਨਾਮ ਬੀੜ ਬਾਬਾ ਬੁੱਢਾ ਸਾਹਿਬ ਆਪਾਂ ਕਹਿੰਦੇ ਆ, ਝਬਾਲ ਦੇ ਨੇੜੇ। ਤੇ ਸਾਰੀ ਸੰਗਤ ਜਿਹੜੀ ਆ ਬੀੜ ਸਾਹਿਬ ਪਹੁੰਚੀ ਆ, ਜਿੱਥੇ ਬਾਬਾ ਬੁੱਢਾ ਸਾਹਿਬ ਜੀ ਗੁਰੂ ਘਰ ਦੇ ਘੋੜਿਆਂ ਦੀ ਸੰਭਾਲ ਕਰਦੇ ਆ, ਪਸ਼ੂਆਂ ਦੀ ਸੰਭਾਲ ਕਰਦੇ ਆ, ਖੇਤੀਬਾੜੀ ਦੀ ਦੇਖ ਰੇਖ ਕਰਦੇ ਆ। ਆਗੇ ਬ੍ਰਿਧ ਭਾਈ ਗੁਰਦਾਸ। ਅੱਗੇ ਬਾਬਾ ਬੁੱਢਾ ਸਾਹਿਬ ਜੀ ਤੇ ਭਾਈ ਗੁਰਦਾਸ ਜੀ ਦੋਨੋਂ ਬੈਠੇ ਗਿਆਨ ਪ੍ਰਕਾਸ਼। ਦੋਵੇਂ ਬੈਠੇ ਹੋਏ ਆ ਤੇ ਗਿਆਨ ਦਾ ਹੀ ਜਾਣੋ ਪ੍ਰਕਾਸ਼ ਹੋ ਰਿਹਾ ਹੈ। ਬਾਬਾ ਬੁੱਢਾ ਸਾਹਿਬ ਤੇ ਭਾਈ ਗੁਰਦਾਸ ਜੀ ਆਪਸ ਵਿੱਚ ਬਚਨ ਕਰਦੇ ਆ। ਉਹ ਬਚਨ ਕੀ ਹੋ ਰਹੇ ਆ ਕਿ ਗਿਆਨ ਦਾ ਪ੍ਰਕਾਸ਼ ਹੀ ਹੋ ਰਿਹਾ ਏ। ਸਭਨ ਉਪਾਏ ਧਰ ਧਰ ਬੰਦੇ। ਸਾਰਿਆਂ ਨੇ ਆਪੋ ਆਪਣੀਆਂ ਭੇਟਾਵਾਂ ਰੱਖ ਕੇ ਨਾ ਬਾਬਾ ਬੁੱਢਾ ਸਾਹਿਬ ਜੀ ਨੂੰ ਨਮਸਕਾਰਾਂ ਕੀਤੀਆਂ। ਭਾਈ ਗੁਰਦਾਸ ਜੀ ਨੂੰ ਨਮਸਕਾਰ ਕੀਤੀ ਹੈ। ਦਰਸ਼ਨ ਲੈ ਕਰ ਹਿਰਦੇ ਆਨੰਦੇ। ਬਹੁਤ ਖੁਸ਼ ਹੋਏ ਸਿੱਖ ਬਾਬਾ ਬੁੱਢਾ ਸਾਹਿਬ ਤੇ ਭਾਈ ਗੁਰਦਾਸ ਜੀ ਦਾ ਦਰਸ਼ਨ ਵੇਖ ਕਰਕੇ। ਦਈ ਪ੍ਰਦక్షਣਾ ਸਨਮੁਖ ਬੈਸੇ। ਸਾਧ ਸੰਗਤ ਜੀ ਵੇਖੋ ਸਿੱਖਾਂ ਦਾ ਸਤਿਕਾਰ। ਦਈ ਪ੍ਰਦક્ષਣਾ ਸਨਮੁਖ ਬੈਸੇ। ਬਾਬਾ ਬੁੱਢਾ ਸਾਹਿਬ ਤੇ ਭਾਈ ਗੁਰਦਾਸ ਜੀ ਦੀਆਂ ਪਰਿਕਰਮਾ ਕੀਤੀਆਂ ਨੇ ਸੰਗਤ ਨੇ। ਅੱਜ ਵੇਖੋ ਕੀ ਕਰਦੇ ਐ ਕਿ ਝਾਟੀ ਜਿਹਦੀ ਮਰਜ਼ੀ ਉੱਠ ਕੇ ਨਿੰਦਾ ਕਰਨ ਲੱਗ ਜਾਂਦੇ। ਆਪਣੇ ਤਖਤਾਂ ਦਾ ਵੀ ਸਤਿਕਾਰ ਨਹੀਂ ਰੱਖਦੇ, ਆਪਣੇ ਮੁੱਖ ਅਸਥਾਨਾਂ ਦਾ ਵੀ ਸਤਿਕਾਰ ਨਹੀਂ ਰੱਖਦੇ। ਸਾਧ ਸੰਗਤ ਜੀ ਐਡਾ ਸਤਿਕਾਰ ਹੈ ਗੁਰੂ ਸਾਹਿਬ ਜੀ ਵਾਂਗ ਹੀ ਬਾਬਾ ਬੁੱਢਾ ਸਾਹਿਬ ਤੇ ਭਾਈ ਗੁਰਦਾਸ ਜੀ ਦੀਆਂ ਪਰਿਕਰਮਾ ਕੀਤੀਆਂ। ਸਾਰੀ ਸੰਗਤ ਨੇ ਨਮਸਕਾਰ ਕਰਕੇ ਸਿੱਖ ਸਾਹਮਣੇ ਬੈਠ ਗਏ ਆ। ਤਬ ਭਾਈ ਬੁਝੇ ਸਭ ਐਸੇ। ਤਦੋਂ ਭਾਈ ਗੁਰਦਾਸ ਜੀ ਨੇ ਸਾਰੀ ਸੰਗਤ ਨੂੰ ਇਸ ਤਰ੍ਹਾਂ ਪੁੱਛਿਆ। ਕਹਤੇ ਆਏ ਕਹਾਂ ਪਿਆਨੇ। ਮਹਾਰਾਜ ਕੇ ਭਾਈ ਗੁਰਦਾਸ ਜੀ ਕਹਿੰਦੇ ਨੇ ਸਿੱਖੋ ਕਿੱਧਰੋਂ ਆਏ ਹੋ ਤੇ ਕਿੱਧਰ ਚੱਲੇ ਹੋ। ਸੁਣ ਸੰਗਤ ਸ਼ੁਭ ਵਾਕ ਬਖਾਨੇ। ਸੁਣ ਕੇ ਭਾਈ ਗੁਰਦਾਸ ਜੀ ਤੋਂ ਸੰਗਤ ਨੇ ਸ਼ੁਭ ਬਚਨ ਕਹਿਣਾ ਕੀਤਾ। ਤੀਰ ਬਿਪਾਸਾ ਗ੍ਰਾਮ ਰੋਹਿਲਾ। ਕਿ ਬਿਆਸ ਦਰਿਆ ਦੇ ਕੰਢੇ ਤੇ ਜਿਹੜਾ ਰੋਹਿਲਾ ਨਾਮੇ ਨਗਰ ਹੈ, ਸ੍ਰੀ ਹਰਿ ਗੋਬਿੰਦ ਗੁਰੂ ਸੋਹਿਲਾ। ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਸੁਖਦਾਈ ਸਤਿਗੁਰੂ ਜੀ ਹੇਠਾਂ ਮਤ ਅਧਿਕ ਸੰਗਰਾਮੂ। ਉੱਥੇ ਮਹਾਰਾਜ ਵਿਰਾਜ ਰਹੇ ਐ ਤੇ ਉਸ ਥਾਂ ਤੇ ਬਹੁਤ ਵੱਡਾ ਮਹਾ ਸੰਗਰਾਮ ਹੋਇਆ, ਬਹੁਤ ਵੱਡਾ ਮਹਾ ਯੁੱਧ ਹੋਇਆ ਹੈ। ਤੁਰਕ ਹਜ਼ਾਰੋਂ ਗੇ ਜਮ ਧਾਮੂ। ਹਜ਼ਾਰ ਹੱਥ ਤੁਰਕ ਮਹਾਰਾਜ ਜੀ ਨੇ ਨਰਕਾਂ ਨੂੰ ਤੋੜ ਦਿੱਤੇ ਐ। ਤਿਨ ਦਰਸ਼ਨ ਕਰ ਇਤ ਦ੍ਰਿਸ਼ ਆਏ। ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਦਾ ਦਰਸ਼ਨ ਕਰਕੇ ਭਾਈ ਗੁਰਦਾਸ ਜੀ ਅਸੀਂ ਇੱਧਰ ਆਏ ਹਾਂ। ਰਾਵਰ ਕੇ ਦਰਸ਼ਨ ਅਬ ਪਾਏ। ਮਹਾਰਾਜ ਤੁਹਾਡੇ ਦਰਸ਼ਨ ਪਾਏ, ਬਾਬਾ ਬੁੱਢਾ ਸਾਹਿਬ ਦੇ ਦਰਸ਼ਨ ਪਾਏ ਹਨ। ਸਰਬ ਪ੍ਰਸੰਗ ਸੁਨਿਓ ਹਰ ਖਾਏ। ਤੇ ਸਾਰੀ ਗੱਲਬਾਤ ਜਦੋਂ ਸੁਣੀ ਹੈ ਭਾਈ ਗੁਰਦਾਸ ਜੀ ਨੇ, ਬਾਬਾ ਬੁੱਢਾ ਸਾਹਿਬ ਜੀ ਨੇ ਬੜੇ ਖੁਸ਼ ਹੋਏ ਹਨ। ਸੰਗਤ ਕੋ ਵਰ ਦੇ ਤ੍ਰਿਪਤਾਏ। ਤੇ ਸੰਗਤ ਨੂੰ ਵਰ ਦਿੱਤਾ ਹੈ ਬਾਬਾ ਬੁੱਢਾ ਸਾਹਿਬ ਜੀ ਨੇ। ਸਿੱਖੋ ਨਿਹਾਲ ਹੋਏ ਹੋ। ਇਉਂ ਮਹਾਰਾਜ ਦੇ ਪਿਆਰੇ ਸਿੱਖ ਬਾਬਾ ਬੁੱਢਾ ਸਾਹਿਬ ਤੋਂ ਵਰ ਲੈ ਕੇ ਸਿੱਖ ਸੰਗਤਾਂ ਰੱਜ ਗਈਆਂ ਨੇ। ਹੁਣ ਸੰਗਤ ਨਿਜ ਥਾਨ ਪਿਆਨੀ। ਫਿਰ ਸੰਗਤ ਜਿਹੜੀ ਸੀ ਦੇਸ਼ ਵੱਲ ਨੂੰ ਸਾਧ ਸੰਗਤ ਜੀ ਸਾਰੀ ਚੱਲ ਪਈ। ਬ੍ਰਿਧ ਨੇ ਬਹਰੋ ਗਿਰਾ ਬਖਾਨੀ। ਬਹਰੋ ਬਾਬਾ ਬੁੱਢਾ ਸਾਹਿਬ ਜੀ ਨੇ ਭਾਈ ਗੁਰਦਾਸ ਜੀ ਦੇ ਤਾਈਂ ਬਚਨ ਕੀਤਾ। ਸੁਨ ਗੁਰਦਾਸ ਬਿਤੀ ਬਹੁ ਬੇਰੇ। ਕਹਿਣ ਲੱਗੇ ਭਾਈ ਗੁਰਦਾਸ ਜੀ ਸੁਣੋ ਬੜੀ ਦੇਰ ਹੋ ਗਈ ਹੈ। ਸ੍ਰੀ ਹਰਿ ਗੋਬਿੰਦ ਦਰਸ਼ਨ ਕੇਰੇ। ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ ਦਾ ਦਰਸ਼ਨ ਕੀਤਿਆਂ
ਬਹੁਤ ਸਮਾਂ ਹੋ ਗਿਆ ਹੈ। ਕਰਿਓ ਸੁਧਾਸਰ ਰਣ ਰਿਪ ਮਾਰੇ। ਤੇ ਮਹਾਰਾਜ ਜੀ ਨੇ ਜਦੋਂ ਸੁਧਾਸਰ ਅੰਮ੍ਰਿਤਸਰ ਸਾਹਿਬ ਦੀ ਧਰਤੀ ਤੇ ਯੁੱਧ ਕੀਤਾ ਸੀ ਮੁਗਲਸ ਖਾਨ ਦੇ ਨਾਲ, ਮਹਾਰਾਜ ਜੀ ਨੇ ਉਦੋਂ ਬਹੁਤ ਦੁਸ਼ਮਣਾਂ ਦਾ ਨਾਸ਼ ਕੀਤਾ ਸੀ। ਤਾਹਾਂ ਜਾਏ ਪੁਨ ਅਧਿਕ ਸੰਘਾਰੇ। ਤੇ ਹੁਣ ਤਾਂ ਮਹਾਰਾਜ ਉੱਥੇ ਜਾ ਕਰਕੇ ਬਿਆਸ ਦੇ ਕੰਢੇ ਤੇ ਬਹੁਤੇ ਹੀ ਨਾਸ਼ ਕਰ ਦਿੱਤੇ। ਇੱਥੇ ਤਾਂ 7400 ਮਰਿਆ ਸੀ, ਉੱਥੇ 14000 ਮਾਰ ਦਿੱਤੇ ਆ ਮਹਾਰਾਜ ਜੀ ਨੇ, ਬਹੁਤੇ ਦੁਸ਼ਮਣ ਮਾਰ ਦਿੱਤੇ ਆ। ਅਬ ਦਰਸ਼ਨ ਕਰਨੋ ਬਨ ਆਵੈ। ਹੁਣ ਭਾਈ ਗੁਰਦਾਸ ਜੀ ਗੁਰੂ ਸਾਹਿਬ ਦਾ ਦਰਸ਼ਨ ਕਰਨਾ ਬਣਦਾ ਹੈ। ਮਹਾਰਾਜ ਜੀ ਦੇ ਦਰਸ਼ਨ ਕਰਨ ਵਾਸਤੇ ਚੱਲੀਏ ਮਿਲ ਕਰ ਸੁਧ ਸਗਰੀ ਕੋ ਪਾਵੈ। ਤੇ ਮਿਲ ਕੇ ਮਹਾਰਾਜ ਜੀ ਦੇ ਕੋਲ ਚੱਲੀਏ, ਦਰਸ਼ਨ ਕਰੀਏ, ਸਾਰੀ ਖਬਰਸਾਰ ਲੈਣਾ ਕਰੀਏ। ਸੁਣ ਗੁਰਦਾਸ ਹਿਰਦੇ ਬਹੁ ਭਾਈ। ਤੇ ਭਾਈ ਗੁਰਦਾਸ ਜੀ ਸੁਣ ਕਰਕੇ ਤੇ ਸਮੇਂ ਬਾਬਾ ਬੁੱਢਾ ਸਾਹਿਬ ਜੀ ਦੇ ਬਚਨ ਪੰਥ ਚਲੇ ਸਭ ਬਿਲਮ ਬਿਹਾਈ। ਤੇ ਦੇਰੀ ਛੱਡ ਦਿੱਤੀ। ਫਿਰ ਕਹਿੰਦੇ ਹਾਂ ਬਾਬਾ ਬੁੱਢਾ ਸਾਹਿਬ ਜੀ ਚੱਲੀਏ, ਛੇਤੀ ਚੱਲੀਏ, ਮਹਾਰਾਜ ਜੀ ਦਾ ਦਰਸ਼ਨ ਕਰੀਏ। ਭਾਈ ਗੁਰਦਾਸ ਜੀ ਤੇ ਬਾਬਾ ਬੁੱਢਾ ਸਾਹਿਬ ਜੀ ਰਸਤੇ ਤੇ ਚੱਲ ਪਏ। ਪ੍ਰਥਮ ਸੁਧਾਸਰ ਆਨ ਸ਼ਨਾਨੇ। ਪਹਿਲਾਂ ਅੰਮ੍ਰਿਤਸਰ ਸਾਹਿਬ ਆ ਕਰਕੇ ਇਸ਼ਨਾਨ ਕੀਤਾ ਹੈ। ਹੁਣ ਬਾਬਾ ਬੁੱਢਾ ਸਾਹਿਬ ਜੀ ਦੀ ਜਿਨ੍ਹਾਂ ਦੀ ਏਡੀ ਵੱਡੀ ਵਡਿਆਈ ਹੈ, ਉਹ ਵੀ ਅੰਮ੍ਰਿਤ ਸਰੋਵਰ ਵਿੱਚ ਇਸ਼ਨਾਨ ਕਰਦੇ ਹੈ। ਭਾਈ ਗੁਰਦਾਸ ਜੀ ਨੇ ਇਸ਼ਨਾਨ ਕੀਤਾ ਹੈ। ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਆਪ ਇਸ਼ਨਾਨ ਕਰਦੇ ਆ, ਸੱਚੇ ਪਾਤਸ਼ਾਹ। ਇਹ ਗਰੀਬ ਨਵਾਜ ਨੇ ਰੀਤ ਤੋਰੀ ਹੈ। ਇਉਂ ਬਾਬਾ ਬੁੱਢਾ ਸਾਹਿਬ ਭਾਈ ਗੁਰਦਾਸ ਜੀ ਨੇ ਆ ਕੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਦੇ ਪਾਵਨ ਸਰੋਵਰ ਵਿੱਚ ਇਸ਼ਨਾਨ ਕੀਤਾ ਹੈ। ਸ੍ਰੀ ਹਰਿਮੰਦਰ ਦਰਸ਼ਨ ਠਾਨੇ। ਅੰਦਰ ਜਾ ਕਰਕੇ ਸ੍ਰੀ ਹਰਿਮੰਦਰ ਸਾਹਿਬ ਦਰਸ਼ਨ ਕੀਤੇ ਆ। ਤੀਨ ਸਿੱਖ ਤਹਿ ਅਪਰ ਮਿਲੇ ਹੈ। 3 ਸਿੱਖ ਹੋਰ ਉੱਥੇ ਜਿਹੜੇ ਸੀ, ਜਦੋਂ ਪਤਾ ਲੱਗਾ ਕਿ ਬਾਬਾ ਬੁੱਢਾ ਸਾਹਿਬ ਭਾਈ ਗੁਰਦਾਸ ਜੀ ਮਹਾਰਾਜ ਜੀ ਦੇ ਦਰਸ਼ਨ ਕਰਨ ਚੱਲੇ ਆ, ਉਹ ਵੀ ਨਾਲ ਤੁਰ ਪਏ ਆ। ਸੁਨ ਸੁਧ ਗੁਰ ਕੇ ਦਰਸ ਚੱਲੇ ਹੈ। ਉਹ ਵੀ ਖਬਰ ਲੱਗੀ ਤਾਂ ਮਹਾਰਾਜ ਦੇ ਦਰਸ਼ਨਾਂ ਨੂੰ ਮਨ ਲਲਚਾਇਆ ਕਿ ਮਹਾਰਾਜ ਸਾਨੂੰ ਵੀ ਨਾਲ ਲੈ ਚੱਲੋ। ਇਉਂ ਸਿੱਖ ਤੁਰ ਪਏ 3 ਹੋਰ। ਜੋਧ ਅਜਿੱਤਾ ਤੀਸਰ ਜੀਵਾ। ਭਾਈ ਜੋਧ ਜੀ, ਭਾਈ ਅਜਿੱਤਾ ਜੀ, ਭਾਈ ਜੀਵਾ ਜੀ, ਇਹ 3 ਸਿੱਖ ਨੇ ਜਿਹੜੇ ਨਾਲ ਤੁਰੇ ਹਨ। ਪੰਚੋਂ ਚਲੇ ਪ੍ਰੇਮ ਕੀ ਸੀਵਾ। ਇਹ 5 ਹੀ ਸਿੱਖ ਜਿਨ੍ਹਾਂ ਦੇ ਮੁਖੀ ਬਾਬਾ ਬੁੱਢਾ ਸਾਹਿਬ ਜੀ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ, ਇਹਨਾਂ ਦੇ ਪ੍ਰੇਮ ਦੀ ਸੀਵਾ ਨੂੰ ਕੋਈ ਮਿਲ ਨਹੀਂ ਸਕਦਾ ਕਿ ਇਹਨਾਂ ਸਿੱਖਾਂ ਅੰਦਰ ਪ੍ਰੇਮ ਦੀ ਕੀ ਹੱਦ ਵੈ। ਇਹੋ ਜੇ ਮਹਾਰਾਜ ਦੇ ਪਿਆਰੇ ਸਿੱਖ ਹਨ। ਤੀਰ ਵਿਪਾਸਾ ਕੇ ਚੱਲ ਆਏ। ਜਦੋਂ ਬਿਆਸ ਦਰਿਆ ਦੇ ਕੰਢੇ ਦੇ ਕੋਲ ਚੱਲ ਕਰਕੇ ਆ ਗਏ ਸਤਿਗੁਰ ਜਸ ਘਰ ਘਰ ਸੁਨ ਪਾਏ। ਤਾਂ ਤੁਰੇ ਤੁਰੇ ਜਾਂਦੇ ਮਹਾਰਾਜ ਗੁਰੂ ਹਰਗੋਬਿੰਦ ਸਾਹਿਬ ਦਾ ਜਸ ਘਰ ਘਰ ਵਿੱਚ ਹੋ ਰਿਹਾ ਹੈ। ਇਹ ਸਿੱਖਾਂ ਨੇ ਸੁਣਿਆ ਕੰਨਾਂ ਵਿੱਚ। ਮੁਗਲ ਮਾਰ ਗੁਰ ਭਇਓ ਵਡੇਰਾ। ਜਿਹੜੇ ਦੁਖੀ ਲੋਕ ਹੈ ਨਾ, ਉਹ ਪਤਾ ਗੁਰੂ ਹਰਗੋਬਿੰਦ ਸਾਹਿਬ ਨੂੰ ਕੀ ਕਹਿੰਦੇ ਆ? ਕਹਿੰਦੇ ਮੁਗਲ ਮਾਰਨ, ਭਾਵ ਮੁਗਲਾਂ ਨੂੰ ਮਾਰਨ ਵਾਲੇ ਆ। ਤੇ ਜਿਹੜੇ ਸ਼ਰਧਾਵਾਨ ਨੇ ਉਹ ਕਹਿੰਦੇ ਨੇ ਨਿਰੰਕਾਰ ਦਾ ਸਰੂਪ ਨੇ ਸਤਿਗੁਰੂ ਜੀ। ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਨੂੰ ਭਾਈ ਨੰਦ ਲਾਲ ਜੀ ਕਹਿੰਦੇ ਨੇ ਚਸ਼ਮਦਰ ਹਰ ਨੂਰ ਗੁਰ ਗੋਬਿੰਦ ਸਿੰਘ, ਜਿਸਮ ਹਰ ਦਰ ਨੂਰ ਗੁਰ ਗੋਬਿੰਦ ਸਿੰਘ। ਤੇ ਜਿਹੜੇ ਦੁਸ਼ਮਣ ਸੀ ਉਹ ਮਹਾਰਾਜ ਗੁਰੂ ਗੋਬਿੰਦ ਸਿੰਘ ਸਾਹਿਬ ਨੂੰ ਕਹਿੰਦੇ ਸੀ ਮਰੈਲਾ ਗੁਰੂ, ਕਿ ਮਾਰ ਦੇਣ ਵਾਲੇ ਆ। ਜਿਨ੍ਹਾਂ ਨੂੰ ਸਤਿਗੁਰੂ ਦਾ ਦਰਸ਼ਨ ਸ਼ਰਧਾ ਪਿਆਰ ਨਾਲ ਹੁੰਦਾ ਹੈ, ਉਹ ਸਤਿਗੁਰੂ ਜੀ ਨੂੰ ਨਿਰੰਕਾਰ ਸਰੂਪ ਜਾਣਦੇ ਆ। ਉਸ ਦੇਸ਼ ਦੇ ਜਿਹੜੇ ਲੋਕ ਦੁਖੀ ਐ, ਸੁਣਦੇ ਆ ਬਾਬਾ ਬੁੱਢਾ ਸਾਹਿਬ ਜੀ, ਸਿੱਖ ਵੀ ਸੁਣ ਰਹੇ ਆ ਕਿ ਇਹ ਤਾਂ ਮੁਗਲਾਂ ਨੂੰ ਮਾਰ ਦੇਣ ਵਾਲੇ ਆ। ਰਣ ਘਾਲਿਓ ਘਮਸਾਨ ਘਨੇਰਾ। ਬਹੁਤ ਘਮਾਸਾਨ ਦਾ ਯੁੱਧ ਜਿਹੜਾ ਸੀ ਗੁਰੂ ਸਾਹਿਬ ਜੀ ਨੇ ਕੀਤਾ। ਗ੍ਰਾਮ ਗ੍ਰਾਮ ਮੈਂ ਕਹੈ ਸੁਣਾਵੈ। ਤੇ ਨਗਰਾਂ ਨਗਰਾਂ ਵਿੱਚ ਲੋਕ ਕਹਿ ਕਹਿ ਕੇ ਸੁਣਾਉਂਦੇ ਆ। ਸੁਣ ਸੁਣ ਸਿੱਖ ਮੋਦ ਉਪਜਾਵੈ। ਸੁਣ ਸੁਣ ਕੇ ਸਿੱਖਾਂ ਦੇ ਮਨ ਬੜੇ ਖੁਸ਼ ਹੁੰਦੇ ਆ, ਬਹੁਤ ਖੁਸ਼ ਹੁੰਦੇ ਆ ਬਾਬਾ ਬੁੱਢਾ ਸਾਹਿਬ ਜੀ ਮਹਾਰਾਜ ਦੀ ਵਡਿਆਈ ਸੁਣ ਕਰਕੇ। ਅੱਗੇ ਸਤਿਗੁਰ ਕਥਾ ਸੁਣੀਜੈ। ਅੱਗੇ ਸਤਿਗੁਰਾਂ ਜੀ ਦੀ ਕਥਾ ਜਿਹੜੀ ਹੈ ਭਾਈ ਸੰਤੋਖ ਸਿੰਘ ਜੀ ਕਹਿੰਦੇ ਸੁਣਨਾ ਕਰੋ। ਜਿਸ ਤੇ ਸਕਲ ਕਾਮਨਾ ਲੀਜੈ। ਜਿਸ ਕਥਾ ਦੇ ਸੁਣਨ ਕਰਕੇ ਸਿੱਖੋ ਸਾਰੀਆਂ ਹੀ ਕਾਮਨਾਵਾਂ ਇੱਛਾ ਪੂਰੀਆਂ ਹੋ ਜਾਣਗੀਆਂ। ਵੇਖੋ ਇਸ ਕਥਾ ਦਾ ਫਲ ਵੀ ਸੁਣਨ ਦਾ ਨਾਲ ਦੱਸਦੇ ਆ। ਸੁੰਦਰ ਸਗਰੋ ਕੋਟ ਚਨਾਵਾ। ਮਹਾਰਾਜ ਨੇ ਸੁੰਦਰ ਜਿਹੜੀ ਕੰਧ ਸੀ ਨਾ ਕੋਟ, ਉਹ ਸੋਹਣੀ ਮਹਾਰਾਜ ਨੇ ਚਣਵਾਈ ਕਰਵਾਈ ਹੈ। ਨਗਰ ਵਸਾਵਨ ਮਨ ਲਲਚਾਵਾ। ਨਗਰ ਦੇ ਵਸਾਉਣ ਵਾਸਤੇ ਸਤਿਗੁਰਾਂ ਜੀ ਦਾ ਮਨ ਲਲਚਾਇਆ, ਭਾਵ ਇੱਛਾ ਕੀਤੀ ਹੈ। ਤਬ ਵਿਸ਼ਵਕਰਮਾ ਨਰ ਤਨ ਧਰ ਕੇ। ਤਦੋਂ ਵਿਸ਼ਵਕਰਮਾ ਜਿਹੜਾ ਸੀ ਨਾ, ਨਰ ਤਨ ਧਰ ਕੇ ਮਨੁੱਖਾ ਸਰੀਰ ਧਾਰ ਕਰਕੇ ਗੁਰ ਕਾਰਜ ਕੋ ਚਿਤਵਨ ਕਰਕੇ। ਗੁਰੂ ਸਾਹਿਬ ਜੀ ਦੇ ਕਾਰਜ ਨੂੰ ਸਾਧ ਸੰਗਤ ਜੀ ਮਨ ਦੇ ਅੰਦਰ ਚਿਤਵਨ ਕੀਤਾ ਕਿ ਮਹਾਰਾਜ ਜੀ ਦਾ ਇਹ ਕਾਰਜ ਹੈ। ਹੱਥ ਜੋੜ ਕਰ ਦਰਸ਼ਨ ਲੀਨਾ। ਹੱਥ ਜੋੜ ਕਰਕੇ ਆ ਕੇ ਦਰਸ਼ਨ ਵੇਖਿਆ। ਅੱਜ ਕੱਲ ਸ਼ੰਕੇ ਬੜੇ ਆ ਕਿ ਵਿਸ਼ਵਕਰਮਾ ਕਿਵੇਂ ਸਰੀਰ ਧਾਰ ਕੇ ਆ ਗਿਆ। ਅਖੇ ਜੀ ਗੁਰਬਾਣੀ ਗਵਾਹੀ ਨਹੀਂ ਦਿੰਦੀ,
ਸਾਧ ਸੰਗਤ ਜੀ ਸੱਚੇ ਪਾਤਸ਼ਾਹ ਜੀ ਦੀ ਬਾਣੀ ਗਵਾਹੀ ਦਿੰਦੀ ਹੈ ਕਿ ਦੇਵਤੇ ਹੁੰਦੇ ਆ, ਸੇਵਾ ਵਿੱਚ ਰਹਿੰਦੇ ਆ, ਜਿਹੜੇ ਬਾਣੀ ਪੜ੍ਹਦੇ ਆ, ਨਾਮ ਜਪਦੇ ਆ, ਗੁਰੂ ਸਾਹਿਬ ਦੀ ਸੇਵਾ ਕਰਦੇ ਆ। ਜਦੋਂ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਬਾਬਤ ਕਿਹਾ ਕਿ ਭਾਈ ਕੌਣ ਕਹੈ ਸ੍ਰੀ ਗੁਰਮੁਇਓ, ਕੌਣ ਕਹਿੰਦਾ ਗੁਰੂ ਰਾਮਦਾਸ ਸਾਹਿਬ ਜੀ ਮਰ ਗਏ, ਤੇ ਉਹ ਜ਼ਬਾਨ ਸੜ ਜੇ ਜਿਹੜਾ ਇਹ ਕਹਿੰਦਾ ਹੈ। ਭੱਟ ਜਨ ਜੀ ਜੇ ਗੁਰੂ ਸਾਹਿਬ ਜੀ ਸਰੀਰ ਨਹੀਂ ਛੱਡਿਆ ਤੇ ਫਿਰ ਕਿੱਥੇ ਚਲੇ ਗਏ? ਕਹਿੰਦੇ ਦੇਵਪੁਰੀ ਮਹਿ ਗਇਓ ਆਪ ਪਰਮੇਸ਼ਰ ਭਾਇਓ, ਹਰ ਸੰਘਾਸਨ ਜੀ ਦਿਓ ਸ੍ਰੀ ਗੁਰ ਤਹ ਬੈਠਾਇਓ, ਰਹਿਸ ਕੀਓ ਸੁਰਦੇਵ ਤੋਹੇ ਜਸ ਜੈ ਜਹ ਜੰਪਹਿ, ਪਾਪ ਗਏ ਤੇ ਭਾਗ। ਸੋ ਇਸ ਪ੍ਰਕਾਰ ਜਿਹੜਾ ਸੀ ਸਾਧ ਸੰਗਤ ਜੀ, ਅਸੁਰ ਗਏ ਤੇ ਭਾਗ, ਪਾਪ ਤਿਨ ਭੀਤਰ ਕੰਪਹਿ। ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਮਹਾਰਾਜ ਤਿੰਨਾਂ ਦਾ ਜਸ ਦੇਵਤੇ ਕਰਦੇ ਆ। ਜਿਹੜਾ ਸਾਧ ਸੰਗਤ ਜੀ ਦੇਵਤਿਆਂ ਦਾ ਦਰਸ਼ਨ ਕਰਨ ਵਾਸਤੇ ਆਉਣਾ, ਇਹ ਇਤਿਹਾਸ ਗਵਾਹੀ ਦਿੰਦਾ ਹੈ, ਗੁਰਬਾਣੀ ਗਵਾਹੀ ਦਿੰਦੀ ਹੈ। ਸ਼ਰਧਾਵਾਨ ਸਿੱਖ ਨੂੰ ਮਹਾਰਾਜ ਦੀ ਬਾਣੀ ਦੇ ਉੱਪਰ ਸ਼ਰਧਾ ਕਰਨੀ ਚਾਹੀਏ, ਸ਼ੰਕਾ ਨਹੀਂ ਪੈਦਾ ਕਰਨੀ ਚਾਹੀਦੀ। ਵਿਸ਼ਕਰਮਾ ਮਨੁੱਖਾ ਸਰੀਰ ਧਾਰ ਕੇ ਸੇਵਾ ਵਾਸਤੇ ਆਇਆ ਏ। ਹੱਥ ਜੋੜ ਕਰ ਦਰਸ਼ਨ ਲੀਨਾ, ਹੱਥ ਜੋੜ ਕੇ ਮਹਾਰਾਜ ਜੀ ਦਾ ਆ ਕੇ ਦਰਸ਼ਨ ਕੀਤਾ ਹੈ। ਪਦ ਅਰਬਿੰਦਨ ਬੰਦਨ ਕੀਨਾ, ਮਹਾਰਾਜ ਜੀ ਦੇ ਚਰਨਾਂ ਕਮਲਾਂ ਤੇ ਆ ਕੇ ਨਮਸਕਾਰ ਕੀਤੀ। ਮੇਧਾਵੀ ਨਿਜ ਨਾਮ ਧਰਾਇਓ, ਮਹਾਰਾਜ ਪੁੱਛਿਆ ਤੇਰਾ ਨਾਂ ਕੀ ਹੈ ਵੀ ਕਾਰੀਗਰਾ? ਕਹਿੰਦਾ ਮਹਾਰਾਜ ਮੇਰਾ ਨਾਮ ਮਾਧਵੀ ਹੈ। ਇਉਂ ਮਹਾਰਾਜ ਜੀ ਨੂੰ ਨਾਮ ਦੱਸਿਆ, ਮੇਧਾਵੀ ਜ਼ਿਕਰ ਆ ਰਿਹਾ ਹੈ। ਇਸ ਤਰ੍ਹਾਂ ਆਪਣਾ ਨਾਮ ਦੱਸਿਆ ਏ। ਗੁਰ ਸਨਮੁਖ ਹੋਏ ਬਾਕ ਅਲਾਇਓ, ਸਤਿਗੁਰੂ ਜੀ ਦੇ ਸਨਮੁਖ ਹੋ ਕਰਕੇ ਬੇਨਤੀ ਕੀਤੀ। ਆਪਨ ਸਫਲਤਾ ਕਰਵੇ ਕਾਰਨ, ਆਪਣੇ ਸਰੀਰ ਨੂੰ ਸਫਲਾਉਣ ਵਾਸਤੇ ਇਸ ਨੇ ਇਹ ਸੇਵਾ ਵਿੱਚ ਆਇਆ ਕਿ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਦੀ ਮੈਂ ਸੇਵਾ ਕਰ ਲਵਾਂ। ਆਇਓ ਤੁਮ ਹਿਤ ਨਗਰ ਉਸਾਰਨ, ਮਹਾਰਾਜ ਮੈਂ ਤਾਂ ਆਪ ਜੀ ਦੀ ਸੇਵਾ ਵਿੱਚ ਆਇਆ ਹਾਂ ਕਿ ਨਗਰ ਦੀ ਉਸਾਰੀ ਆਪ ਕਰਵਾ ਰਹੇ ਹੋ। ਇਸ ਵਿਦਿਆ ਮਹਿ ਮਹਾ ਪ੍ਰਵੀਨਾ, ਮਹਾਰਾਜ ਮੈਂ ਇਸ ਵਿਦਿਆ ਵਿੱਚ ਮਹਾਨ ਪ੍ਰਵੀਨ ਹਾਂ, ਸਿਆਣਾ ਹਾਂ। ਮਹਾਰਾਜ ਇਸ ਵਿਦਿਆ ਦੇ ਅੰਦਰ ਆਇਸ ਦੀਜਹਿ ਰਚੋ ਨਵੀਨਾ, ਮਹਾਰਾਜ ਮੈਨੂੰ ਆਗਿਆ ਦਿਓ ਮੈਂ ਸੋਹਣਾ ਜਿਹੜਾ ਨਗਰ ਵਾ ਉਹ ਰਚ ਦੇਵਾਂ। ਸਭ ਸਤਿਗੁਰ ਸਗਰੀ ਵਿਦ ਜਾਨ, ਤਦੋਂ ਸਤਿਗੁਰੂ ਜੀ ਸਾਰੀ ਵਿਧੀ ਇਹ ਜਾਣ ਕਰਕੇ ਕਹਿਓ ਭਲੇ ਨਿਜ ਕਰਨਾ ਠਾਨ, ਮਹਾਰਾਜ ਨੇ ਕਰੁਣਾ ਕਰਕੇ ਕਿਰਪਾ ਕਰਕੇ ਹਜੂਰ ਨੇ ਕਹਿਣਾ ਕੀਤਾ। ਸਭ ਕਾਰੀਗਰ ਮੈਂ ਮੁਖ ਹੋਵਹੁ, ਮਹਾਰਾਜ ਕਹਿੰਦੇ ਤੂੰ ਸਾਰੇ ਕਾਰੀਗਰਾਂ ਦਾ ਮੁਖੀ ਹੈ। ਮਹਾਰਾਜ ਨੇ ਉਹਨੂੰ ਸਾਰੇ ਕਾਰੀਗਰਾਂ ਦਾ ਮੁਖੀ ਥਾਪ ਦਿੱਤਾ। ਰਚੋ ਨਗਰ ਨੀਕੀ ਵਿਦ ਜੋਵਹੁ, ਚੰਗੇ ਤਰੀਕੇ ਨਾਲ ਮਹਾਰਾਜ ਕਹਿੰਦੇ ਸਾਰਾ ਨਗਰ ਜਿਹੜਾ ਨਾ ਵੇਖ ਕਰਕੇ ਸੋਹਣਾ ਬਣਾਉਣਾ ਕਰੋ। ਸਭ ਕੋ ਨਿਜ ਕਰ ਦੇਹੋ ਮਜੂਰੀ, ਤੇ ਤੂੰ ਆਪ ਵੀ ਭਾਈ ਸਾਰਿਆਂ ਨੂੰ ਆਪਣੇ ਹੱਥੋਂ ਮਜ਼ਦੂਰੀ ਜਿਹੜੀ ਆ ਮਿਹਨਤ ਦੇਣਾ ਕਰ। ਪੂਰਨ ਕਰੋ ਸੰਪੂਰਨ ਰੂਰੀ, ਤੇ ਸੁੰਦਰ ਇਹ ਨਗਰੀ ਜਿਹੜੀ ਆ ਬੜੀ ਛੇਤੀ ਤਿਆਰ ਕਰਨਾ ਕਰੋ। ਆਇਸ ਪਾਏ ਕਰੀ ਸਭ ਕਾਰ, ਆਗਿਆ ਪਾ ਕੇ ਮਹਾਰਾਜ ਜੀ ਦੀ ਤੇ ਸਾਰੀ ਕਾਰ ਜਿਹੜੀ ਸੀ ਉਹ ਕਰਨਾ ਕੀਤੀ। ਰਚੋ ਨਗਰ ਬੀਠੀ ਰੋ ਬਾਜ਼ਾਰ, ਸੋਹਣੀਆਂ ਗਲੀਆਂ ਸੋਹਣੇ ਬਾਜ਼ਾਰ ਜਿਹੜੇ ਸੀ ਉਹ ਸਾਧ ਸੰਗਤ ਜੀ ਰਚਨਾ ਕੀਤੇ। ਜਦੋਂ ਜਾਓ ਨਾ ਉਸ ਨਗਰ ਦੇ ਅੰਦਰ, ਅੱਜ ਵੀ ਉਹ ਤੁਸੀਂ ਸੋਹਣੀ ਰਚਨਾ ਵੇਖ ਸਕਦੇ ਹੋ। ਆਦ ਮਸੀਤ ਸਦਨ ਤਬ ਸਾਰੇ, ਮਸੀਤ ਆਦਿਕ ਤੇ ਸਾਰੇ ਸਦਨ ਘਰ ਜਿਹੜੇ ਸਨ ਕਰ ਬਾਵਨ ਲਾਗਸ ਤਬ ਤਿਆਰੇ, ਤਦੋਂ ਸੋਹਣੇ ਤਿਆਰ ਕਰਵਾਉਣ ਲੱਗ ਪਏ ਸਾਰੇ ਮਿਸਤਰੀ। ਬੈਠੇ ਸਤਿਗੁਰ ਲਾਏ ਦੀਵਾਨ, ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਬੈਠਦੇ ਆ ਸਤਿਗੁਰੂ ਜੀ ਦੀਵਾਨ ਲਾ ਕਰਕੇ। ਗਾਵਤ ਸ਼ਬਦ ਰਬਾਬੀ ਗਿਆਨ, ਬਹੁਤ ਜ਼ਿਆਦਾ ਸੋਹਣਿਆਂ ਸੁਰਾਂ ਨੂੰ ਮਿਲਾ ਕਰਕੇ ਰਾਗੀ ਸਿੱਖ ਮਹਾਰਾਜ ਦੇ ਹਜੂਰ ਬਾਣੀ ਦਾ ਗਾਇਨ ਕਰਦੇ ਆ। ਆਏ ਸਿੱਖ ਨੇ ਤਬਹਿ ਸੁਨਾਇਓ, ਇੱਕ ਸਿੱਖ ਆਇਆ ਮਹਾਰਾਜ ਜੀ ਦੀਵਾਨ ਲਾ ਕੇ ਹਜੂਰ ਤਖਤ ਤੇ ਸਜੇ ਬੈਠੇ ਆ। ਮਹਾਰਾਜ ਜੀ ਦੇ ਕੋਲ ਆ ਕੇ ਸਿੱਖ ਨੇ ਬੇਨਤੀ ਕੀਤੀ, ਬ੍ਰਿਧ ਸਾਹਿਬ ਗੁਰ ਦਾਸ ਹੈ ਆਇਓ, ਮਹਾਰਾਜ ਬਾਬਾ ਬੁੱਢਾ ਸਾਹਿਬ ਜੀ ਆ ਰਹੇ ਆ, ਭਾਈ ਗੁਰਦਾਸ ਜੀ ਆ ਰਹੇ ਮਹਾਰਾਜ ਆਪਦੇ ਦਰਸ਼ਨ ਕਰਨ ਵਾਸਤੇ। ਸੁਨਤ ਮੁਦਤ ਸ੍ਰੀ ਹਰਿ ਗੋਬਿੰਦ, ਸੁਣ ਕੇ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਬਹੁਤ ਪ੍ਰਸੰਨ ਹੋਏ ਜਦੋਂ ਬਾਬਾ ਬੁੱਢਾ ਸਾਹਿਬ ਦਾ ਆਉਣਾ ਸੁਣਿਆ। ਨਿਕਟ ਹਕਾਰਿਓ ਵਿਧਿਆ ਚੰਦ, ਮਹਾਰਾਜ ਨੇ ਵਿਧੀ ਚੰਦ ਜੀ ਨੂੰ ਉਸੇ ਵੇਲੇ ਕੋਲ ਬੁਲਾਉਣਾ ਕੀਤਾ। ਦੇ ਕਰ ਬਿੰਦ ਸਿੱਖ ਚੱਲ ਜਾਵਹੁ, ਮਹਾਰਾਜ ਕਹਿੰਦੇ ਵਿਧੀ ਚੰਦ ਬਹੁਤ ਸਾਰੇ ਸਿੱਖਾਂ ਨੂੰ ਨਾਲ ਲੈ ਕਰਕੇ ਜਾਣਾ ਕਰੋ। ਸਾਦਰ ਬੰਧਨ ਕਰ ਇਤ ਲਿਆਵਹੁ, ਬਹੁਤ ਸਤਿਕਾਰ ਨਾਲ ਬਾਬਾ ਬੁੱਢਾ ਸਾਹਿਬ ਦੇ ਚਰਨਾਂ ਤੇ ਨਮਸਕਾਰ ਕਰਕੇ ਸਤਿਕਾਰ ਨਾਲ ਉਹਨਾਂ ਨੂੰ ਨਗਰ ਵਿੱਚ ਲੈ ਕੇ ਆਉਣਾ ਕਰੋ। ਸੁਨ ਵਿਧਿਆ ਸਿੱਖ ਗਨ ਲੈ ਗਇਓ, ਬਾਬਾ ਵਿਧੀ ਚੰਦ ਜੀ ਸੁਣ ਕੇ ਬਹੁਤ ਸਿੱਖਾਂ ਨੂੰ ਨਾਲ ਲੈ ਕਰਕੇ ਬੜੀ ਛੇਤੀ ਨਾਲ ਗਏ। ਜਾਏ ਬ੍ਰਿਧ ਕੋ ਦਰਸ਼ਤ ਭਇਓ, ਜਾ ਕੇ ਵਿਧੀ ਚੰਦ ਜੀ ਨੇ ਬਾਬਾ ਬੁੱਢਾ ਸਾਹਿਬ ਦਾ ਦਰਸ਼ਨ ਕੀਤਾ।
ਨਮੋ ਕਰੀ ਸਭ ਨੇ ਸਨਮਾਨ। ਸਾਰੇ ਸਿੱਖਾਂ ਨੇ ਵਿਧੀ ਚੰਦ ਜੀ ਨੇ ਨਮਸਕਾਰ ਕੀਤੀ, ਬਾਬਾ ਬੁੱਢਾ ਸਾਹਿਬ ਨੂੰ ਸਨਮਾਨ ਕੀਤਾ ਆਏ ਗੁਰ ਢਿਗ ਕਰ ਅਗਵਾਨ। ਤੇ ਗੁਰੂ ਸਾਹਿਬ ਜੀ ਦੇ ਵੱਲ ਨੂੰ ਤੁਰ ਪਏ, ਬਾਬਾ ਬੁੱਢਾ ਸਾਹਿਬ ਨੂੰ ਅੱਗੇ ਤੋਰ ਕਰਕੇ। ਅੱਗੇ ਨਹੀਂ ਤੁਰਦਾ ਬਾਬਾ ਬੁੱਢਾ ਸਾਹਿਬ ਤੋਂ ਕੋਈ ਵੀ, ਐਡਾ ਵੱਡਾ ਸਤਿਕਾਰ ਹੈ। ਬਾਬਾ ਬੁੱਢਾ ਸਾਹਿਬ ਜੀ ਨੂੰ ਅੱਗੇ ਲਾ ਕਰਕੇ ਸਾਰੇ ਸਿੱਖ ਪਿੱਛੇ ਪਿੱਛੇ ਤੁਰ ਪਏ ਆ। ਦੇਖ ਦੂਰ ਤੇ ਹਰ ਗੋਬਿੰਦ। ਜਦੋਂ ਬਾਬਾ ਬੁੱਢਾ ਸਾਹਿਬ ਜੀ ਸਮੂਹ ਸਿੱਖਾਂ ਦੇ ਸਮੇਤ ਤੁਰੇ ਆ ਰਹੇ ਆ, ਹਜੂਰ ਤਖਤ ਤੇ ਬੈਠੇ ਹੋਏ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜਦੋਂ ਦੂਰੋਂ ਬਾਬਾ ਬੁੱਢਾ ਸਾਹਿਬ ਨੂੰ ਵੇਖਿਆ, ਸੱਚੇ ਪਾਤਸ਼ਾਹ ਜੀ ਮਹਾਰਾਜ ਨੇ ਉੱਠੇ ਤੁਰਤ ਹੀ ਜੁਤ ਸਿੱਖ ਬ੍ਰਿੰਦ। ਸੱਚੇ ਪਾਤਸ਼ਾਹ ਜੀ ਬਹੁਤ ਜਲਦ ਉਸੇ ਸਮੇਂ ਮਹਾਰਾਜ ਨੇ ਤਖਤ ਦਾ ਆਸਣ ਛੱਡ ਦਿੱਤਾ। ਗਰੀਬ ਨਵਾਜ ਨੇ ਬਾਬਾ ਬੁੱਢਾ ਸਾਹਿਬ ਦੇ ਸਤਿਕਾਰ ਵਾਸਤੇ ਸਤਿਗੁਰੂ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਉੱਠ ਪਏ। ਜਦੋਂ ਸਤਿਗੁਰੂ ਜੀ ਤਖਤ ਤੋਂ ਉੱਠਿਆ ਕਰਦੇ, ਉਸੇ ਸਮੇਂ ਬੈਠੀ ਸਾਰੀ ਸੰਗਤ ਉੱਠ ਪਈ। ਗਰੀਬ ਨਵਾਜ ਸੱਚੇ ਪਾਤਸ਼ਾਹ ਜੀ ਮਹਾਰਾਜ ਵੇਖੋ ਬਾਬਾ ਬੁੱਢਾ ਸਾਹਿਬ ਦਾ ਸਤਿਕਾਰ। ਗਰੀਬ ਨਵਾਜ ਸੱਚੇ ਪਾਤਸ਼ਾਹ ਜੀ ਵੇਖਦਿਆਂ ਸਾਰੀ ਹਜੂਰ ਤਖਤ ਤੋਂ ਉੱਠ ਪਏ ਆ। ਦਰਸ਼ਨ ਕਰਤ ਆਨੰਦ ਬਿਲੰਦੇ। ਬਹੁਤ ਜਦੋਂ ਦੂਰੋਂ ਹੀ ਦਰਸ਼ਨ ਹੋਇਆ ਬਾਬਾ ਬੁੱਢਾ ਸਾਹਿਬ ਦਾ, ਬਹੁਤ ਸਤਿਗੁਰੂ ਜੀ ਖੁਸ਼ ਹੋਏ, ਬਹੁਤ ਮਨ ਪ੍ਰਸੰਨ ਹੋਇਆ ਮਹਾਰਾਜ ਜੀ ਦਾ। ਪਦ ਬੰਦਤ ਦੋਹ ਦਿਸ਼ ਕਰ ਬੰਦੇ। ਤੇ ਸਾਧ ਸੰਗਤ ਜੀ ਬਾਬਾ ਬੁੱਢਾ ਸਾਹਿਬ ਜੀ ਵੀ ਆਪਣੇ ਬਿਰਧ ਹੱਥ ਜੋੜੀ ਜਾਂਦੇ ਆ। ਬਾਬਾ ਬੁੱਢਾ ਸਾਹਿਬ ਨੂੰ ਵੇਖ ਕੇ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਦੋਵੇਂ ਹੱਥ ਜੋੜ ਲਏ। ਗਰੀਬ ਨਵਾਜ ਸੱਚੇ ਪਾਤਸ਼ਾਹ ਨੇ ਐਡਾ ਆਪਣੇ ਸਿੱਖ ਦਾ ਮਹਾਰਾਜ ਜੀ ਮਾਣ ਕਰਦੇ ਆ। ਬੁੱਢੇ ਚਰਨ ਗੁਰੂ ਕੇ ਗਏ। ਸਾਧ ਸੰਗਤ ਜੀ ਬਾਬਾ ਬੁੱਢਾ ਸਾਹਿਬ ਜੀ ਗੁਰੂ ਮਹਾਰਾਜ ਦੇ ਚਰਨਾਂ ਨੂੰ ਗ੍ਰਹਿਣ ਕਰ ਲਿਆ, ਭਾਵ ਮਹਾਰਾਜ ਦੇ ਚਰਨਾਂ ਨੂੰ ਉਸੇ ਸਮੇਂ ਪਕੜਿਆ, ਨਮਸਕਾਰ ਕੀਤੀ ਹੈ। ਗੁਰ ਬ੍ਰਿਧ ਪਾਰ ਪਾਰ ਕਰ ਤਰ ਰਹੇ। ਤੇ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਬਾਬਾ ਬੁੱਢਾ ਸਾਹਿਬ ਦੇ ਚਰਨਾਂ ਨੂੰ ਸਾਧ ਸੰਗਤ ਜੀ ਸਪਰਸ਼ ਕੀਤਾ ਹੈ। ਵੇਖੋ ਇਹ ਗਰੀਬ ਨਵਾਜ ਦੀ ਵੱਡੀ ਵਡਿਆਈ। ਸੱਚੇ ਪਾਤਸ਼ਾਹ ਜੀ ਮਹਾਰਾਜ ਬਾਬਾ ਬੁੱਢਾ ਸਾਹਿਬ ਦੇ ਚਰਨਾਂ ਨੂੰ ਪਰਸ ਰਹੇ ਹੈ। ਜਿਸ ਸਮੇਂ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਮਹਾਰਾਜ ਸ਼ਹੀਦ ਹੋਣ ਵਾਸਤੇ ਚੱਲੇ ਸੀ ਨਾ, ਮਹਾਰਾਜ ਨੇ ਆਖਿਆ ਸੀਗਾ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਨੂੰ ਕਿ ਬਾਬਾ ਬੁੱਢਾ ਸਾਹਿਬ ਜੀ ਨੂੰ ਸਦਾ ਗੁਰੂ ਨਾਨਕ ਸਾਹਿਬ ਦਾ ਸਰੂਪ ਜਾਣਨਾ, ਕਦੇ ਬਾਬਾ ਬੁੱਢਾ ਸਾਹਿਬ ਦਾ ਬਚਨ ਨਾ ਮੋੜਨਾ। ਸਾਡਾ ਇਤਿਹਾਸ ਜ਼ਿਕਰ ਕਰਦਾ ਹੈ ਕਿ ਇੱਕ ਵਾਰ ਸਤਿਗੁਰੂ ਜੀ ਨੇ ਕਿਹਾ ਕਿ ਬਾਬਾ ਬੁੱਢਾ ਸਾਹਿਬ ਦੇ ਦਰਸ਼ਨ ਕੀਤਿਆਂ ਬੜਾ ਚਿਰ ਹੋਇਆ, ਜਾਓ ਸਾਡੀ ਪਾਲਕੀ ਸਾਹਿਬ ਸਿੱਖੋ ਲੈ ਕੇ ਜਾਓ ਤੇ ਬਾਬਾ ਬੁੱਢਾ ਸਾਹਿਬ ਨੂੰ ਲੈ ਕੇ ਆਓ। ਤੇ ਸਿੱਖ ਗਏ, ਮਹਾਰਾਜ ਦਾ ਹੁਕਮ ਦੱਸਿਆ। ਬਾਬਾ ਬੁੱਢਾ ਸਾਹਿਬ ਜੀ ਪਾਲਕੀ ਵਿੱਚ ਅਸਵਾਰ ਹੋਏ। ਜਦੋਂ ਪਾਲਕੀ ਵਿੱਚ ਅਸਵਾਰ ਹੋਏ ਤੇ ਸਿੱਖਾਂ ਨੇ ਪਾਲਕੀ ਨੂੰ ਮੋਢਾ ਦਿੱਤਾ, ਲਈ ਆ ਰਹੇ ਬਾਬਾ ਬੁੱਢਾ ਸਾਹਿਬ ਨੂੰ। ਸਤਿਗੁਰੂ ਜੀ ਨੇ ਵੱਡੇ ਚਾਦਰੇ ਦੀ ਬੁੱਕਲ ਮਾਰ ਲਈ ਤੇ ਹਜੂਰ ਉਸ ਪਾਲਕੀ ਨੂੰ ਮੋਢਾ ਦੇਣ ਵਾਸਤੇ ਆ ਗਏ। ਜਿਸ ਵਕਤ ਸੱਚੇ ਪਾਤਸ਼ਾਹ ਜੀ ਮਹਾਰਾਜ ਨੇ ਪਾਲਕੀ ਨੂੰ ਮੋਢਾ ਲਾਇਆ ਨਾ, ਤੇ ਬਾਬਾ ਬੁੱਢਾ ਸਾਹਿਬ ਜੀ ਉਸੇ ਸਮੇਂ ਪਾਲਕੀ ਚੋਂ ਛਾਲ ਮਾਰ ਕੇ ਥੱਲੇ ਉਤਰ ਗਏ, ਮਹਾਰਾਜ ਦੇ ਚਰਨੀ ਪੈ ਗਏ। ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਆਖਿਆ, ਬਾਬਾ ਬੁੱਢਾ ਸਾਹਿਬ ਜੀ ਤੁਸਾਂ ਸਾਨੂੰ ਪਛਾਣ ਲਿਆ, ਤੁਹਾਨੂੰ ਪਤਾ ਲੱਗ ਗਿਆ ਅਸੀਂ ਮੋਢਾ ਦਿੱਤਾ ਹੈ। ਤੇ ਬਾਬਾ ਬੁੱਢਾ ਸਾਹਿਬ ਨੇ ਆਖਿਆ, ਮਹਾਰਾਜ ਇਹ ਵਰ ਤਾਂ ਤੁਸਾਂ ਮੈਨੂੰ ਪਹਿਲੇ ਸਰੂਪ 'ਚ ਹੀ ਦੇ ਦਿੱਤਾ ਸੀ ਕਿ ਅਸੀਂ ਸਾਰੀ ਕਾਇਨਾਤ ਕੋਲੋਂ ਛੁਪ ਜਾਈਏ, ਪਰ ਤੁਹਾਡੇ ਕੋਲੋਂ ਨਹੀਂ ਕਦੇ ਛੁਪ ਸਕਦੇ। ਸਾਡਾ ਸਰੂਪ ਤੁਹਾਡੇ ਤੋਂ ਕਦੇ ਓਲੇ ਨਹੀਂ ਹੋਵੇਗਾ। ਮਹਾਰਾਜ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਵੀ ਇਹ ਵਰਿਆਈ ਦਿੱਤੀ ਸੀ, ਬਾਬਾ ਬੁੱਢਾ ਸਿੱਖੀ ਦੀ ਹੱਦ ਤੈਥੋਂ ਓਲੇ ਕਦੇ ਨਾ ਹੋਸਾ। ਇਹ ਮਹਾਰਾਜ ਨੇ ਵੀ ਗੁਰੂ ਜੀ ਨੇ ਵਡਿਆਈ ਬਾਬਾ ਬੁੱਢਾ ਸਾਹਿਬ ਨੂੰ ਦਿੱਤੀ। ਬਾਬਾ ਬੁੱਢਾ ਸਾਹਿਬ ਜੀ ਮਹਾਰਾਜ ਦੇ ਚਰਨ ਪਰਸੇ, ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਸਤਿਕਾਰ ਕਰਦੇ ਬਾਬਾ ਬੁੱਢਾ ਸਾਹਿਬ ਦੇ ਚਰਨ ਪਰਸੇ ਆ। ਸ੍ਰੀ ਨਾਨਕ ਸਮ ਜਾਣਹਿ ਤਮ ਕੋ। ਤੇ ਬਾਬਾ ਬੁੱਢਾ ਸਾਹਿਬ ਨੂੰ ਕਹਿੰਦੇ ਆ ਸਤਿਗੁਰੂ ਜੀ ਕਿ ਬਾਬਾ ਬੁੱਢਾ ਸਾਹਿਬ ਜੀ ਅਸੀਂ ਤਾਂ ਗੁਰੂ ਨਾਨਕ ਸਾਹਿਬ ਜੀ ਦਾ ਸਰੂਪ ਕਰਕੇ ਆਪ ਜੀ ਨੂੰ ਜਾਣਦੇ ਹਾਂ। ਲਖੋ ਆਪਨੇ ਸੇਵਕ ਹਮਕੋ। ਗੁਰੂ ਮਹਾਰਾਜ ਕਿੱਡੀ ਨਿਮਰਤਾ ਨਾਲ ਕਹਿੰਦੇ ਆ। ਮਹਾਰਾਜ ਕਹਿੰਦੇ ਸਾਨੂੰ ਆਪਣੇ ਸੇਵਕ ਜਾਣੋ। ਇਹ ਸੱਚੇ ਪਾਤਸ਼ਾਹ ਜੀ ਮਹਾਰਾਜ ਵਡਿਆਈ ਬਖਸ਼ਦੇ ਆ। ਤਿਮ ਗੁਰਦਾਸ ਸੰਗ ਗੁਰ ਮਿਲੇ। ਤੇ ਮੈਂ ਭਾਈ ਗੁਰਦਾਸ ਜੀ ਨੇ ਅੱਗੇ ਹੋ ਕੇ ਸਤਿਗੁਰਾਂ ਜੀ ਦੇ ਚਰਨ ਪਰਸੇ ਆ। ਕੁਸ਼ਲ ਪ੍ਰਸ਼ਨ ਕਰ ਹਿਤ ਸੋ ਭਲੇ। ਤੇ ਹਿੱਤ ਦੇ ਨਾਲ ਪਿਆਰ ਦੇ ਨਾਲ ਸਭ ਸਿੱਖਾਂ ਨੂੰ ਮਹਾਰਾਜ ਸੁਖ ਆਨੰਦ ਪੁੱਛੀ ਆ। ਜਿਹੜੇ 5 ਸਿੱਖ ਬਾਬਾ ਬੁੱਢਾ ਸਾਹਿਬ ਸਮੇਤ ਆਏ ਆ। ਤਿੰਨੋਂ ਸਿੱਖਨ ਗੁਰ ਪਦ ਬੰਦੇ। ਸਤਿਗੁਰਾਂ ਜੀ ਦੇ ਚਰਨਾਂ ਦੇ ਉੱਤੇ 3 ਸਿੱਖ ਜਿਹੜੇ ਆਏ, ਭਾਈ ਅਜਿੱਤਾ, ਭਾਈ ਜੀਵਾ ਜੀ, ਇਹਨਾਂ ਮਹਾਰਾਜ ਦੇ ਚਰਨ ਪਰਸੇ ਆ। ਖੁਸ਼ੀ ਕਰੀ ਸਭ ਬੈਠ ਆਨੰਦੇ। ਮਹਾਰਾਜ ਨੇ ਖੁਸ਼ੀ ਕੀਤੀ ਸਿੱਖਾਂ ਉੱਤੇ
ਤੇ ਹਜੂਰ ਚੱਲਦੇ ਹੋਏ ਤਖਤ ਤੇ ਆ ਕੇ ਬੈਠ ਗਏ ਬੜੇ ਆਨੰਦ ਸਹਿਤ। ਸ੍ਰੀ ਗੁਰੂ ਬ੍ਰਿਧ ਕੋ ਗਹਿ ਕਰ ਹਾਥ, ਮਹਾਰਾਜ ਗੁਰੂ ਹਰਗੋਬਿੰਦ ਸਾਹਿਬ ਜੀ ਬਾਬਾ ਬੁੱਢਾ ਸਾਹਿਬ ਜੀ ਦਾ ਹੱਥ ਫੜ ਕੇ ਆਪਣੇ ਨਾਲ ਤੋਰਦੇ ਆ। ਇੱਕ ਆਸਨ ਬੈਠੇ ਲੈ ਸਾਥ, ਉਸੇ ਹੀ ਗੁਰਿਆਈ ਤਖਤ ਤੇ ਮਹਾਰਾਜ ਬਾਬਾ ਬੁੱਢਾ ਸਾਹਿਬ ਨੂੰ ਨਾਲ ਲੈ ਕੇ ਬੈਠੇ ਆ ਸੱਚੇ ਪਾਤਸ਼ਾਹ। ਗਰੀਬ ਨਵਾਜ ਨੇ ਵੱਖਰੇ ਆਸਣ ਤੇ ਨਹੀਂ ਬਿਠਾਇਆ, ਜਿਸ ਆਸਣ ਤੇ ਸੱਚੇ ਪਾਤਸ਼ਾਹ ਆਪ ਬੈਠੇ ਐ ਉਸੇ ਆਸਣ ਤੇ ਮਹਾਰਾਜ ਬਾਬਾ ਬੁੱਢਾ ਸਾਹਿਬ ਨੂੰ ਬਿਠਾਇਆ ਏ। ਮਨੋ ਦੇਵ ਗੁਰ ਬਿਸ਼ਨ ਮਿਲੇ ਹੈ, ਜਾਣਨਾ ਕਰੋ ਜਿਵੇਂ ਗਿਆਨ ਸਰੂਪ ਸਾਧ ਸੰਗਤ ਜੀ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ ਨੂੰ ਇੱਥੇ ਕਵਿਰਾਜ ਦ੍ਰਿਸ਼ਟਾਨ ਦਿੰਦੇ ਆ, ਜਿਵੇਂ ਬ੍ਰਹਸਪਤ ਦੇਵਤਾ ਹੀ ਆ ਕੇ ਵਿਸ਼ਨੂੰ ਨੂੰ ਮਿਲਿਆ ਹੋਵੇ। ਇਹ ਇੱਕ ਅੰਗੀ ਦ੍ਰਿਸ਼ਟਾਂਤ ਸੋਭਾ ਤੋਂ ਹੈ ਕਿ ਬਾਬਾ ਬੁੱਢਾ ਸਾਹਿਬ ਦੇ ਅੰਦਰ ਕੋਈ ਭੇਦ ਫਰਕ ਨਹੀਂ ਹੈ। ਮਹਾਰਾਜ ਦਾ ਹੀ ਸਰੂਪ ਨੇ ਸੱਚੇ ਪਾਤਸ਼ਾਹ ਨੇ ਏਡਾ ਮਾਣ ਬਖਸ਼ਿਆ ਏ। ਉਗਰਸੈਨ ਜਿਮ ਕ੍ਰਿਸ਼ਨ ਰਲੇ ਹੈ, ਦੂਸਰਾ ਪ੍ਰਮਾਣ ਦਿੰਦੇ ਜਿਵੇਂ ਕ੍ਰਿਸ਼ਨ ਜੀ ਨੇ ਉਗਰਸੈਨ ਰਾਜੇ ਨੂੰ ਆਪਣੇ ਨਾਨਾ ਜੀ ਨੂੰ ਆਪਣੇ ਬਰਾਬਰ ਬਿਠਾਇਆ ਸੀਗਾ। ਬਚਨ ਬਿਲਾਸ ਮੁੱਦਤ ਹੋਏ ਕਰੇ, ਬਹੁਤ ਆਨੰਦਿਤ ਹੋ ਕਰਕੇ ਬਚਨ ਬਿਲਾਸ ਕੀਤੇ। ਸੱਚੇ ਪਾਤਸ਼ਾਹ ਜੀ ਉਹ ਬਚਨ ਬਿਲਾਸ ਕਰ ਰਹੇ ਆ ਬਾਬਾ ਬੁੱਢਾ ਸਾਹਿਬ ਜੀ ਦੇ ਨਾਲ। ਸਾਧ ਸੰਗਤ ਜੀ ਜਿਵੇਂ ਹੁਣ ਬਾਬਾ ਬੁੱਢਾ ਸਾਹਿਬ ਜੀ ਨਾਮ ਧਰਦੇ ਹਨ ਇਸ ਨਗਰ ਦਾ, ਉਹ ਸਾਖੀ ਆਵੇਗੀ। ਗਰੀਬ ਨਵਾਜ ਸੱਚੇ ਪਾਤਸ਼ਾਹ ਸਾਰਾ ਨਗਰ ਦਿਖਾਉਣਗੇ ਬਾਬਾ ਬੁੱਢਾ ਸਾਹਿਬ ਨੂੰ ਆਪ ਬੜੇ ਪਿਆਰ ਨਾਲ। ਜਿਵੇਂ ਅੱਗੇ ਇਤਿਹਾਸ ਆਵੇਗਾ ਸਰਵਣ ਕਰਾਂਗੇ। ਹੋਈਆਂ ਭੁੱਲਾਂ ਬਖਸ਼ ਲੈਣੀਆਂ ਜੀ। ਸ੍ਰੀ ਗੁਰੂ ਬ੍ਰਿਧ ਕੋ ਗਹਿ ਕਰ ਹਾਥ, ਇੱਕ ਆਸਨ ਬੈਠੇ ਲੈ ਸਾਥ। ਮਨੋ ਦੇਵ ਗੁਰ ਬਿਸ਼ਨ ਮਿਲੇ ਹੈ, ਉਗਰਸੈਨ ਜਿਮ ਕ੍ਰਿਸ਼ਨ ਰਲੇ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।